ਮੁੱਖ ਮੰਤਰੀ ਦੀ ਮੀਟਿੰਗ ਹੁੰਦੀ ਆ, ਮੀਟਿੰਗ ਤੋਂ ਪਹਿਲਾਂ ਤੁਸੀਂ 13 ਨਕਾਤੀ ਪ੍ਰੋਗਰਾਮ ਨਵਾਂ ਕੱਢ ਵਾਰਦੇ ਹੋ, ਤੁਸੀਂ ਚਿੱਠੀਆਂ ਆਪਣੀਆਂ ਵਾਇਰਲ ਕਰ ਦਿੰਦੇ ਹੋ। ਸਭ ਤੋਂ ਵੱਡੀ ਗੱਲ ਇਹ ਜ਼ਿੰਮੇਵਾਰੀ ਥੋੜ੍ਹੀ। ਭਾਰਤ ਵਿੱਚ ਕਾਨੂੰਨ ਲੋਕਾਂ ਦੀਆਂ ਜੁੱਤੀਆਂ ਕਿਉਂ ਘਸਾਉਂਦਾ? ਲੋਕਾਂ ਦੀਆਂ ਜੁੱਤੀਆਂ ਘਸ ਜਾਂਦੀਆਂ ਨੇ, ਕੱਪੜੇ ਪਾੜ ਜਾਂਦੇ ਨੇ, ਗੋਡੇ ਘਸ ਜਾਂਦੇ ਨੇ, ਫਿਰ ਜਾ ਕੇ ਉਹਨਾਂ ਨੂੰ ਜਦੋਂ ਕਾਨੂੰਨ ਮਿਲਦਾ ਹੀ ਆ ਤਾਂ ਫਿਰ ਉੱਦਾਂ ਦਾ ਹੁੰਦਾ ਜਿੱਦਾਂ ਮੁਰਦੇ ਦੇ ਮੂੰਹ ਦੇ ਵਿੱਚ ਘਿਓ ਪਾਉਣ ਵਾਲੀ ਗੱਲ। ਤੁਹਾਡੇ ਸਕੂਲਾਂ ਦੇ ਵਿੱਚ ਪ੍ਰਧਾਨ ਸੇਵਕ ਕੀ? ਮੈਂ ਕਿਹਾ ਜੀ ਆਮ ਤੌਰ ਤੇ ਮੇਰੇ ਵਰਗੇ ਸੇਵਕਾਂ ਦੇ ਵੀ ਨਿਆਣੇ ਨਹੀਂ ਪੜ੍ਹਦੇ, ਉੱਥੇ ਤੇ ਵੱਡੇ ਵੱਡੇ ਲੰਬੜਦਾਰਾਂ ਦੇ ਪਸ਼ੂ ਵੱਜੇ ਹੁੰਦੇ ਆ। ਤੁਹਾਨੂੰ ਚੰਗੇ ਚੰਗੇ ਉੱਥੇ ਖਾਣ ਪੀਣ ਦੇ ਲਈ ਕੋਈ ਸਟਾਲ ਨਹੀਂ ਮਿਲਣਗੇ। ਕੀ ਗੱਲ, ਤੁਸੀਂ ਉਹਨਾਂ ਦੇ ਕੋਲ ਪੈਸੇ ਨਹੀਂ ਲੈਂਦੇ? ਤੇ ਜੇਕਰ ਤੁਸੀਂ ਪੈਸੇ ਲੈ ਕੇ ਸਰਕਾਰ ਦੀ ਜੇਬ ਦੇ ਵਿੱਚ ਪਾ ਦਿੰਦੇ ਹੋ ਤੇ ਲੋਕਾਂ ਨੇ ਉੱਥੋਂ ਖਾਣਾ ਖਾ ਕੇ ਬਿਮਾਰ ਹੋਣ ਦਾ ਠੇਕਾ ਲਿਆ। ਰਾਜਾ ਜੀ ਰਾਜਾ ਬਣਨਾ ਤੇ ਲੋਕਾਂ ਦੇ ਦਿਲਾਂ ਦੇ ਰਾਜੇ ਬਣੋ। ਇਦਾਂ ਦੇ ਕੰਮ ਕਰਕੇ ਤੁਸੀਂ ਲੋਕਾਂ ਦੇ ਦਿਲਾਂ ਦੇ ਵਿੱਚ ਬਹੁਤੀ ਦੇਰ ਨਹੀਂ ਵੱਸ ਸਕਦੇ। ਜੇਕਰ ਸਫਾਈਆਂ ਕਰਨ ਦੇ ਨਾਲ ਤੁਹਾਡੇ ਟਰਾਂਸਪੋਰਟ ਮਹਿਕਮੇ ਦਾ ਰੈਵਨਿਊ ਵੱਧਦਾ ਤਾਂ ਭਾਵੇਂ ਸਾਨੂੰ ਵੀ ਨਾਲ ਲਾ ਲਓ, ਅਸੀਂ ਵੀ ਕਰ ਦਿੰਦੇ ਹਾਂ। ਇੱਕ ਡਾਟਾ ਤਾਂ ਇਹ ਵੀ ਕਹਿੰਦਾ ਕਿ ਉਹਨੇ ਲੋਕ ਪੰਜਾਬ ਦੇ ਵਿੱਚ ਉਸ ਕਾਲੇ ਦੌਰ ਦੇ ਵਿੱਚ ਨਹੀਂ ਮੁੱਕੇ ਜਿੰਨੇ ਸੜਕ ਹਾਦਸਿਆਂ ਵਿੱਚ ਮੁੱਕ ਰਹੇ। ਇਸੇ ਕਰਕੇ ਇਹਨੂੰ ਸੜਕੀ ਅੱਤਵਾਦ ਦਾ ਨਾਮ ਦਿੱਤਾ ਗਿਆ। ਜੀ ਆਇਆਂ ਨੂੰ ਸਵਾਗਤ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ। ਪੰਜਾਬੀ ਸੱਥ ਲੈ ਕੇ ਹਾਜ਼ਰ ਹਾਂ ਮੈਂ ਰਮਨੀਕ ਕੌਰ ਤੇ ਮੇਰੇ ਨਾਲ ਨੇ ਚਰਨਜੀਤ ਜੋਗੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਮਨੀਕ ਕੌਰ ਜੀ, ਕੀ ਹਾਲ ਚਾਲ ਹੈ? ਬਹੁਤ ਵਧੀਆ ਬਈ ਇਸੇ ਤਰ੍ਹਾਂ ਹੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਜਦੋਂ ਤੁਸੀਂ ਰਹਿੰਦੇ ਹੋ ਜੀ, ਮੈਨੂੰ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਰਹਿਣਾ ਚਾਹੀਦਾ। ਔਰ ਸਾਰੇ ਇਸ ਵੇਲੇ ਸਾਡੇ ਦਰਸ਼ਕ ਜਿਹੜੇ ਆ ਪੂਰੀ ਤਰ੍ਹਾਂ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਫੁੱਲਾਂ ਵਾਂਗੂ ਖਿੜੇ ਹੋਏ ਸਾਡੇ ਕੋਲ ਪਹੁੰਚ ਚੁੱਕੇ ਨੇ ਜੀ। ਔਰ ਤੁਸੀਂ ਜੋ ਆਏ ਘਰ ਵਿੱਚ ਸਾਡੇ ਸ਼ੁਕਰ ਖੁਦਾ ਦਾ, ਮਿਹਰਬਾਨੀ ਇਹ ਕਰਜ਼ਾ ਨਹੀਂ ਲੈਣਾ ਸਾਰੀ ਉਮਰ ਭਾਵੇਂ ਵਿਕ ਜਾਏ ਇਹ ਜ਼ਿੰਦਗਾਨੀ। ਤੇ ਅਸੀਂ ਤੁਹਾਡੇ ਮਸ਼ਕੂਰ ਹਾਂ, ਮਗਨੂਨ ਹਾਂ ਕਿ ਤੁਸੀਂ ਬਹੁਤ ਪਿਆਰ ਦੇ ਰਹੇ ਹੋ, ਮੁਹੱਬਤ ਦੇ ਰਹੇ ਹੋ ਸਾਡੇ ਇਸ ਪ੍ਰੋਗਰਾਮ ਪੰਜਾਬੀ ਸੱਥ ਨੂੰ। ਬਿਲਕੁਲ ਜੀ, ਤੁਹਾਡਾ ਇਹ ਪਿਆਰ, ਤੁਹਾਡੀ ਇਹ ਮੁਹੱਬਤ ਜਿਹੜੀ ਹੈ ਸਾਨੂੰ ਤੁਹਾਡੇ ਨੇੜੇ ਲੈ ਆਉਂਦੀ ਹੈ, ਹੋਰ ਵੀ ਜ਼ਿਆਦਾ ਨੇੜੇ ਲੈ ਆਉਂਦੀ ਹੈ। ਸਾਡੀ ਜ਼ਿੰਮੇਵਾਰੀ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ। ਜ਼ਿੰਮੇਵਾਰੀ ਤੋਂ ਯਾਦ ਹੈ ਜੋਗੀ ਜੀ, ਘਰ ਪਰਿਵਾਰ ਠੀਕ ਠਾਕ? ਬਿਲਕੁਲ ਠੀਕ ਠਾਕ ਹੈ ਜੀ, ਜ਼ਿੰਮੇਵਾਰੀਆਂ ਐਨ ਅੱਛੇ ਤਰੀਕੇ ਦੇ ਨਾਲ ਚੱਕ ਰਹੇ ਹਾਂ। ਤੁਸੀਂ ਦੱਸੋ ਕਿ ਤੁਹਾਡੀਆਂ ਜ਼ਿੰਮੇਵਾਰੀਆਂ ਕਿਵੇਂ ਚੱਲ ਰਹੀਆਂ? ਮੇਰੀਆਂ ਜ਼ਿੰਮੇਵਾਰੀਆਂ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀਆਂ ਨੇ ਔਰ ਦੀਵਾਲੀ ਦੀਆਂ ਸਫਾਈਆਂ ਵੀ ਜ਼ੋਰਾਂ ਤੇ ਨਾਲ ਦੇ ਨਾਲ ਮੌਸਮ ਬਦਲਦਾ ਜਾ ਰਿਹਾ ਤੇ ਸੋਚਿਆ ਕਿ ਕਿਉਂ ਨਾ ਟਰੰਕਾਂ ਨੂੰ ਹਵਾ ਲਵਾ ਲਈ ਜਾਏ, ਪੇਟੀਆਂ ਖੋਲ ਲਈਆਂ ਜਾਣ। ਕਿਤੇ ਹੋ ਸਕਦਾ ਕਿਸੇ ਜੈਕਟ ਦੇ ਵਿੱਚੋਂ 10 ਰੁਪਏ ਹੀ ਲੱਭ ਜਾਣ। ਕੀ ਪਤਾ 10 ਰੁਪਏ ਲੱਭ ਜਾਣ, 20 ਵਾਰੀ ਲੱਭ ਜਾਣ, 10 20 50 100 ਲੱਭ ਪੈਣ, ਕੋਈ ਗੱਲ ਨਹੀਂ। ਪਰ ਕਿਤੇ 500 ਦਾ ਨੋਟ ਨਾ ਲੱਭ ਪਵੇ। ਗਸ਼ੀਆਂ ਪੈਣੀਆਂ ਜਿਹੜਾ ਸਰਕਾਰ ਨੇ ਪਹਿਲਾਂ ਬੰਦ ਕਰ ਦਿੱਤਾ ਸੀ। 1000 ਦਾ ਲੱਭ ਪਿਆ ਫਿਰ ਤਾਂ ICU ਦੇ ਵਿੱਚ ਪੱਕਾ ਹੀ ਆ, ਕਿਉਂਕਿ ਬੰਦਾ ਸੋਚਦਾ ਕਿ ਯਾਰ ਇਹ ਹਾਲੇ ਤੱਕ ਵੀ ਮੇਰੀਆਂ ਜੈਕਟਾਂ ਦੇ ਵਿੱਚ ਹਾਲੇ ਵੀ ਜੜਾ ਦੇ ਵਿੱਚ ਬੈਠਾ ਸੀ। ਹਾਂ, ਸੋ ਇਸ ਕਰਕੇ ਜ਼ਿੰਦਗੀ ਦੇ ਵਿੱਚ ਕੋਈ ਵੀ ਚੀਜ਼ ਲੱਭੇ ਤੁਹਾਨੂੰ, ਕੋਈ ਐਂਟੀਕ ਪੀਸ ਹੋਵੇ, ਕੋਈ ਕਿਸੇ ਵੀ ਤਰ੍ਹਾਂ ਦੀ। ਕਈ ਤਾਂ ਲੋਕ ਐਸੇ ਵੀ ਹੈਗੇ ਕਿ ਜਿਹੜੇ ਪੁਰਾਣੀਆਂ ਪੰਜੀਆਂ, ਦਸੀਆਂ, ਚਵਾਨੀਆਂ, ਅਠਿਆਨੀਆਂ ਸਾਂਭ ਕੇ ਰੱਖਦੇ ਆ। ਹੁਣ ਅੱਜ ਕੱਲ੍ਹ ਦੀ ਪੀੜ੍ਹੀ ਨੂੰ ਤਾਂ ਉਹ ਪੰਜੀਆਂ ਦਸੀਆਂ ਜਿਹੜੀਆਂ ਹੈਗੀਆਂ ਉਹ ਢੌਂਪੇ ਨਹੀਂ ਪਤਾ ਕੀ ਹੁੰਦੇ ਆ, ਠੀਕ ਹੈ ਨਾ, ਕਿਉਂਕਿ ਉਹਨਾਂ ਨੇ ਉਹ ਚੀਜ਼ਾਂ ਦੇਖੀਆਂ ਨਹੀਂ ਕਿ ਉਹ ਢੌਂਪੇ ਕਿਸੇ ਦੇ ਕੰਨ ਤੇ ਨਹੀਂ ਪਏ, ਕਿਸੇ ਦੇ ਮੱਥੇ 'ਚ ਨਹੀਂ ਵੱਜੇ। ਹੁਣ ਤੁਸੀਂ ਕਹੋਗੇ ਵੀ ਕੰਨ ਤੇ ਮੱਥੇ ਤੇ ਕਿੱਦਾਂ ਵੱਜੇ? ਕਿੱਦਾਂ ਲੈ, ਤੁਹਾਨੂੰ ਚੇਤਾ ਭੁੱਲ ਗਿਆ, ਤੁਸੀਂ ਵੀ ਤਾਂ ਬਰਾਤਾਂ ਦੇ ਵਿੱਚ ਪੈਸੇ ਚੱਕਦੇ ਰਹੇ ਆ। ਨਹੀਂ ਅੱਛਾ, ਉਦੋਂ ਜਿਹੜੇ ਜ਼ੋਰ ਦੀ ਫੜਕ ਦੇਣੀ ਵੱਜਦੀ ਸੀ। ਵੀ ਉਦੋਂ ਤਾਂ ਦੇਖੋ ਕਾਰ ਦੇ ਉੱਪਰੋਂ ਦੀ ਪੈਸੇ ਸੁੱਟਣੇ ਲਾੜੇ ਦੇ ਪਿਓ ਨੇ, ਜਾਂ ਉਹਨਾਂ ਦਾ ਕੋਈ ਫੁੱਫੜ ਹੁੰਦਾ ਸੀ, ਜਾਂ ਕੋਈ ਨਾਨਾ ਹੁੰਦਾ ਸੀ, ਜਾਂ ਕੋਈ ਦਾਦਾ ਹੁੰਦਾ ਸੀ, ਜਿਹਨੂੰ ਮੋਤਵਾਰ ਬਣਾਇਆ ਹੁੰਦਾ ਸੀ। ਹਾਂ, ਤੇ ਉਹ ਗੁਦਲੀ ਜਿਹਦੇ ਵਿੱਚੋਂ ਕੱਢ ਕੇ ਉਹਨੇ ਪੈਸੇ ਸੁੱਟਣੇ ਤੇ ਕਈ ਵਾਰ ਨਿਆਣੇ ਦੇ ਗਿੱਚੀ ਦੇ ਵਿੱਚ ਲੱਗਣੇ, ਕੰਨਾਂ ਤੇ ਲੱਗਣੇ, ਤਾਂ ਵੀ ਮਾੜੇ ਨਹੀਂ ਸੀ ਲੱਗਦੇ। ਉਹ ਤਾਂ ਕਹਿੰਦੇ ਸੀ ਦਿੰਦੇ ਭਾਵੇਂ 5-7 ਹੋਰ ਵੱਜਣ, ਠੀਕ ਹੈ ਨਾ, ਕਿਉਂਕਿ ਜਿਹਦੇ ਵੱਜ ਗਿਆ ਸਮਝ ਲਓ ਉਹਨੂੰ ਲੱਜ ਗਿਆ। ਮੈਨੂੰ ਲੱਗਦਾ ਤੁਹਾਡੇ ਮੱਥੇ ਤੇ ਨਿਸ਼ਾਨ ਵੀ ਤਾਂ ਪਏ ਆ। ਦੇਖੋ ਗੱਲ ਇਹ ਹੈ ਕਿ ਹਰ ਇੱਕ ਕੰਮ ਕਰਕੇ ਦੇਖਣਾ ਚਾਹੀਦਾ, ਖਾਸ ਕਰਕੇ ਆਪਣੇ ਬਚਪਨ ਨੂੰ ਯਾਦ ਕਰਨਾ ਚਾਹੀਦਾ। ਕਹਿੰਦੇ ਨੇ ਕਿ ਬਚਪਨ ਚਲਾ ਗਿਆ, ਜਵਾਨੀ ਚਲੀ ਗਈ, ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ। ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਸੋਹਣਾ ਬਚਪਨ ਹੀ ਤਾਂ ਹੈ। ਬਿਲਕੁਲ। ਔਰ ਇਹ ਬਚਪਨ ਹੀ ਐਸਾ ਆ ਕਿ ਜਿਹਦੇ ਵਿੱਚ ਅਸੀਂ ਸੱਚਮੁੱਚ ਜ਼ਿੰਦਗੀ ਨੂੰ ਮਾਣਦੇ ਹਾਂ, ਕਿਉਂਕਿ ਉਸ ਤੋਂ ਬਾਅਦ ਤਾਂ ਫਿਰ ਬੰਦਾ ਜਿਹੜਾ ਨਾ ਉਹ ਉਮਰ ਹੰਢਾਉਂਦਾ ਹੈ। ਕਦੇ ਘੋੜੇ ਦੀ ਹੁੰਦੀ ਹੈ, ਕਦੇ ਖੋਤੇ ਦੀ ਹੁੰਦੀ ਹੈ, ਕਦੇ ਕੁੱਤੇ ਦੀ ਹੁੰਦੀ ਹੈ। ਬਿਲਕੁਲ ਜੀ, ਇਹ ਸਾਰੀਆਂ ਜ਼ਿੰਮੇਵਾਰੀਆਂ ਕਦੇ ਵੀ ਨਹੀਂ ਮੁੱਕਦੀਆਂ। ਔਰ ਦੀਵਾਲੀ ਦੀ ਸਫਾਈ ਦੀ ਮੈਂ ਗੱਲ ਕਰ ਰਹੀ ਸੀ, ਅਸੀਂ ਦੀਵਾਲੀ ਦੀ ਸਫਾਈ ਵੀ ਕਰ ਲੈਂਦੇ ਹਾਂ।
ਅਸੀਂ ਕੋਈ ਵੀ ਕੋਨਾ ਛੱਡਦੇ ਨਹੀਂ ਘਰ ਦਾ, ਅਸੀਂ ਕਹਿੰਦੇ ਵੀ ਕੱਲਾ ਕੱਲਾ ਕਾਰਨਰ ਜਿਹੜਾ ਹੈ ਉਹ ਸਾਡੇ ਘਰ ਦਾ ਸਾਫ਼ ਹੋ ਜਾਣਾ ਚਾਹੀਦਾ ਹੈ। ਇੱਥੋਂ ਤੱਕ ਕਿ ਅਸੀਂ ਫੇਸਬੁੱਕ ਤੇ ਵੀ ਇਹ ਗੱਲ ਕਹਿ ਦਿੰਦੇ ਹਾਂ, ਲਓ ਜੀ ਆ ਜਿਹੜੇ ਲੋਕ ਮੈਨੂੰ ਲਾਈਕ ਨਹੀਂ ਕਰਦੇ, ਜਿਹੜੇ ਮੇਰੇ ਸੀਕ੍ਰੇਟ ਹੇਟਰ ਨੇ, ਉਹਨਾਂ ਨੂੰ ਮੈਂ ਚੱਕ ਕੇ ਬਾਹਰ ਮਾਰਿਆ ਆਈਡੀ ਤੋਂ, ਮੈਂ ਆਪਣੀ ਫੇਸਬੁੱਕ ਦੀ ਸਫਾਈ ਕਰ ਲਈ ਜੀ। ਪਰ ਆਪਣੇ ਦਿਲ ਦੀ ਸਫਾਈ ਕਰਨਾ, ਅਸੀਂ ਆਪਣੇ ਮਨ ਦਾ ਹੁਜਰਾ ਸਾਫ਼ ਕਰਨਾ ਭੁੱਲ ਜਾਂਦੇ ਆ। ਬਿਲਕੁਲ ਜੀ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਆਪਣੇ ਘਰਾਂ ਦੀਆਂ ਸਫਾਈਆਂ ਕਰਦੇ ਜੀ। ਔਰ ਜਦੋਂ ਦੀਵਾਲੀ ਆਉਣੀ ਹੈ ਉਦੋਂ ਅਸੀਂ ਘਰਾਂ ਦੇ ਕੀ ਕਹਿੰਦੇ ਆ ਬਨੇਰਿਆਂ ਦੇ ਉੱਪਰ ਦੀਵੇ ਜਗਾਉਣੇ ਨੇ। ਪਰ ਕਹਿੰਦੇ ਨੇ, ਇੱਥੇ ਮੈਨੂੰ ਲਾਈਨਾਂ ਯਾਦ ਆ ਰਹੀਆਂ ਕਿ ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ, ਮਨ ਦੀ ਉੱਚੀ ਮਮਤੀ ਦੀਵਾ ਕੌਣ ਧਰੇ। ਉੱਥੇ ਦੀਵਾ ਜਿਹੜਾ ਧਰਨਾ ਹੈ ਨਾ, ਅਸਲ ਦੀਵਾਲੀ ਤਾਂ ਉਦਣ ਹੋਣੀ ਹੈ ਬਿਲਕੁਲ ਜੀ, ਕਿ ਜਿੱਦਣ ਸਾਡੇ ਮਨਾਂ ਦੀਆਂ ਖੁੰਦਰਾਂ ਦੇ ਵਿੱਚੋਂ ਹਨੇਰੇ ਦੂਰ ਹੋ ਗਏ, ਉੱਥੇ ਜਦੋਂ ਰੋਸ਼ਨੀਆਂ ਹੋ ਗਈਆਂ, ਫਿਰ ਦੀਵਾਲੀ ਚੰਗੀ ਲੱਗੂਗੀ ਔਰ ਫਿਰ ਉਹ ਦੀਵਾਲੀ ਰੋਸ਼ਨ ਹੋਗੀ। ਔਰ ਅਸੀਂ ਤਾਂ ਇਹ ਆਸ ਵੀ ਕਰਦੇ ਹਾਂ, ਅਰਦਾਸ ਵੀ ਕਰਦੇ ਹਾਂ ਕਿ ਮਨਾਂ ਦੇ ਵਿੱਚੋਂ ਹਨੇਰੇ ਦੂਰ ਹੋਣ, ਕਿਉਂਕਿ ਹਾਲੇ ਬਹੁਤ ਜਾਲੇ ਲੱਗੇ ਹੋਏ ਨੇ। ਜ਼ਾਤਾਂ ਪਾਤਾਂ, ਊਚ ਨੀਚ, ਬੈਰ ਵਿਰੋਧ, ਨਫ਼ਰਤਾਂ, ਪਤਾ ਨਹੀਂ ਕਿਹੜੇ ਕਿਹੜੇ ਜਾਲੇ ਜਿਹੜੇ ਆ ਉਹ ਸਾਡੇ ਲੱਗੇ ਹੋਏ ਨੇ। ਇਹਨਾਂ ਜਾਲਿਆਂ ਨੂੰ ਸਾਫ਼ ਕਰ ਲਓ ਤਾਂ ਕਿ ਦੀਵਾਲੀ ਦੇ ਉੱਪਰ ਆਪਾਂ ਵੀ ਘਰਾਂ ਵਾਂਗੂ, ਆਪਣੇ ਮਕਾਨਾਂ ਵਾਂਗੂ ਨਿਖਰੇ ਨਿਖਰੇ ਰਹੀਏ। ਲੋਕਾਂ ਨੇ ਕਹਿਣਾ ਦੀਵਾਲੀ ਹਾਲੇ ਬੜੇ ਦਿਨ ਦੂਰ ਆ ਤੇ ਹੁਣ ਹੀ ਦੀਵਾਲੀ ਦੀਆਂ ਗੱਲਾਂ ਕਰੀ ਜਾਂਦੇ ਆ। ਤਿਆਰੀਆਂ ਕਰਨੀ ਚਾਹੀਦੀਆਂ ਜੀ। ਜਿਹੜੇ ਲੋਕ ਆਪਣੇ ਘਰਾਂ ਦੀਆਂ ਸਫਾਈਆਂ ਸ਼ੁਰੂ ਕਰ ਚੁੱਕੇ ਆ, ਜੀ ਤਾਂ ਕਰਦਾ ਵੀ ਉਹ ਜਿਹੜੇ ਖਾਸ ਕਰਕੇ ਕੁਝ ਮੇਰੇ ਭਰਾ ਜਿਹੜੇ ਹੈਗੇ ਆ ਨਾ, ਜਿਹੜੀਆਂ ਫੋਟੋਆਂ ਪਾਉਂਦੇ ਆ ਆਪਣੀਆਂ ਫੇਸਬੁੱਕ ਤੇ ਵੀ ਸਫਾਈਆਂ ਕਰਦਿਆਂ ਦੀਆਂ, ਇਹ ਦੂਸਰੇ ਦੇ ਘਰਾਂ ਦੇ ਵਿੱਚ ਅੱਗ ਲਾਉਣ ਦਾ ਕੰਮ ਕਰਦੇ। ਅੱਛਾ। ਫੇਸਬੁੱਕ ਤੇ ਦੇਖ ਕੇ ਜਨਾਨੀਆਂ ਕਹਿੰਦੀਆਂ ਨਾ, ਜੇ ਮਿਸਟਰ ਸ਼ਰਮਾ ਕਰਵਾ ਸਕਦਾ ਤੇ ਤੇਰੇ ਗੋਡੇ ਦੇ ਵਿੱਚ ਕਾਂ ਉਤਰੇ। ਸਾਡੇ ਗੋਡਿਆਂ ਦੇ ਵਿੱਚ ਕਾਂ ਉਤਾਰ ਦਿਓ। ਤੁਸੀਂ ਆਪਣੀਆਂ ਸਫਾਈਆਂ ਕਰਾਓ, ਘਰ ਵਾਲੀ ਦੇ ਨਾਲ ਜਿੰਨਾ ਮਰਜ਼ੀ ਕੰਮ ਕਰਵਾਓ, ਜੋ ਮਰਜ਼ੀ ਉਹਦੇ ਫਾਇਦੇ ਦੇ ਲਈ ਉਹ ਘਰ ਵਾਲੀ ਹਿੱਤ ਜਿਹੜਾ ਮਰਜ਼ੀ ਕੰਮ ਕਰੋ, ਪਰ ਯਾਰ ਜਨ ਹਿੱਤ ਦੇ ਵਾਸਤੇ ਤੁਸੀਂ ਆਪਣੀਆਂ ਫੋਟੋਆਂ ਦਾ ਨਾ ਪਾਓ। ਹਾਂ ਬਿਲਕੁਲ। ਲੋਕਾਂ ਦੇ ਘਰਾਂ ਦੇ ਵਿੱਚ ਕਲੇਸ਼ ਤਾਂ ਨਾ ਪਾਓ। ਹੈ ਲੋਕਾਂ ਦੇ ਘਰਾਂ ਦੇ ਵਿੱਚ ਤਾਂ ਹਾਲੇ ਤਾਂ ਪਿਛਲੀ ਦੀਵਾਲੀ ਦਾ ਕਲੇਸ਼ ਚੱਲਿਆ ਜਾ ਰਿਹਾ ਕਿ ਨਾ ਤੂੰ ਮੈਨਾਂ ਪਿਛਲੀ ਸਾਲ ਦੀਵਾਲੀਆਂ ਸਫਾਈਆਂ ਕਰਾਈਆਂ, ਨਾ ਇਸ ਵਾਰੀ ਕਰਵਾਈਆਂ। ਹਾਲੇ ਤੇ ਕਰਵਾ ਚੌਥ ਦਾ ਮੁੱਦਾ ਵੀ ਖੜਾ ਹੈ। ਹਾਂ ਵੀ ਖੜਾ ਜੀ, ਮਸਲੇ ਨਹੀਂ ਨਿਬੜਦੇ ਜੀ ਘਰਾਂ ਦੇ। ਔਰ ਤੁਸੀਂ ਸੁਣਾਓ, ਤੁਹਾਡੇ ਘਰ ਸਭ ਸੁੱਖ ਸਾਂਦ ਆ? ਮੇਰੇ ਤੇ ਸਭ ਸੁੱਖ ਸਾਂਦ ਹੈ। ਚਲੋ ਸ਼ੁਕਰ ਆ। ਨਾਲੇ ਤੇ ਤੋਂ ਡਰਦੇ ਨੇ ਬੋਲਣਾ ਕਿਨੇ? ਨਹੀਂ, ਗੱਲਾਂ ਨਹੀਂ, ਮਸ਼ੀਨ ਜਿਹਦੇ ਘਰ ਹੋਵੇ। ਅੱਛਾ। ਹਾਂ ਦੇਖੋ, ਲੋਕਾਂ ਦੇ ਘਰਾਂ ਦੇ ਵਿੱਚ ਕਿਸੇ ਦੇ ਆਟਾ ਗੁੰਨਣ ਵਾਲੀ ਮਸ਼ੀਨ, ਕਿਸੇ ਦੀ ਵਾਸ਼ਿੰਗ ਮਸ਼ੀਨ, ਕਿਸੇ ਦੇ ਵਾਸ਼ਿੰਗ ਮਸ਼ੀਨ, ਕਿਸੇ ਰੋਟੀਆਂ ਪਕਾਉਣ ਵਾਲੀ ਮਸ਼ੀਨ, ਜੂਸ ਕੱਢਣ ਵਾਲੀ ਮਸ਼ੀਨ, ਮਸਾਲੇ ਰਗੜਨ ਵਾਲੀ ਮਸ਼ੀਨ, ਫਿਰ ਉਹ ਕੀ ਕਹਿੰਦੇ ਹੁੰਦੇ, ਹੋਰ ਕਈ ਚੀਜ਼ਾਂ ਹੈਗੀਆਂ। ਧੰਨ ਨੇ ਤੁਹਾਡੇ ਘਰ ਦੇ ਜਿਹਦੇ ਕੋਲ ਗੱਲਾਂ ਵਾਲੀ ਮਸ਼ੀਨ ਹੈ। ਅੱਛਾ, ਜੇ ਮੈਂ ਗੱਲਾਂ ਵਾਲੀ ਮਸ਼ੀਨ ਆ ਨਾ, ਤੁਸੀਂ ਵੀ ਕਿਸੇ ਤੋਂ ਘੱਟ ਨਹੀਂ ਹੋ। ਤੇ ਤੁਹਾਡੇ ਤੇ ਕਹਾਣੀ ਮੈਨੂੰ ਯਾਦ ਆ ਰਹੀ ਹੈ। ਮੇਰੇ ਤੇ? ਕਿੱਦਾਂ? ਤੁਹਾਡੇ ਵਰਗਾ ਇੱਕ ਚਲਾਕ ਬੰਦਾ। ਅੱਛਾ, ਮੈਂ ਚਲਾ ਗਿਆ? ਹੋਰ ਨਹੀਂ, ਓਏ ਮੇਰੇ ਵਰਗਾ ਤਾਂ ਭੋਲਾ ਬੰਦਾ ਨਹੀਂ ਕਿਸੇ ਮਾਂ ਨੇ ਜੰਮਿਆ ਹੋਣਾ। ਰੋਟੀ ਨੂੰ ਚੋਚੀ ਕਹਿਣਾ। ਦੇਖ, ਭਾਵੇਂ ਮੈਂ ਰੋਟੀ ਨੂੰ ਚੋਚੀ ਨਹੀਂ ਕਹਿੰਦਾ, ਪਰ ਮੈਂ ਡਬਲ ਰੋਟੀ ਵੀ ਨਹੀਂ ਕਹਿੰਦਾ। ਅੱਛਾ। ਹਾਂ, ਇਸ ਕਰਕੇ ਰੋਟੀ ਨੂੰ ਰੋਟੀ ਕਹਿਣਾ। ਤੇ ਚੁਸਤ ਚਲਾਕੀ ਕਹਿੰਦੇ ਨੇ कि हम पर सोहबत का असर नहीं होता, हम पर सोहबत का असर नहीं होता, कलाकारों में रहकर भी कलाकारी नहीं सीखी। क्या बात है जी। पर एक ਇਹੋ ਜਿਹੇ ਕਲਾਕਾਰ ਦੀ ਕਹਾਣੀ ਤੁਹਾਨੂੰ ਸੁਣਾਉਂਗੀ। ਹੋਇਆ ਇਸ ਤਰ੍ਹਾਂ ਕਿ ਇੱਕ ਬੰਦਾ ਕਲਾ ਦਾ ਪਾਰਖੀ, ਉਹ ਇੱਕ ਮੇਰੇ ਵਾਂਗੂ। ਹਾਂ ਦੇਖੋ, ਕਲਾ ਦਾ ਪਾਰਖੀ ਹੋਣਾ ਇਹ ਬਹੁਤ ਵੱਡੀ ਗੱਲ ਆ ਕਿ ਜੇਕਰ ਮੇਰੇ ਵਰਗਾ ਕਲਾ ਦਾ ਪਾਰਖੀ ਤੁਹਾਨੂੰ ਮਿਲ ਗਿਆ, ਤੁਸੀਂ ਤਾਂ ਆਪਣੇ ਆਪ ਨੂੰ ਸਮਝੋ ਕਿ ਤੁਹਾਡਾ ਤਾਂ ਇਸ ਦੁਨੀਆ ਤੇ ਆਉਣਾ ਸਫਲ ਹੋ ਗਿਆ। ਸਫਲ ਹੋ ਗਿਆ। ਕਿਉਂਕਿ ਅੱਜ ਦੀ ਦੁਨੀਆ ਦੇ ਵਿੱਚ ਇੱਥੇ ਜੇਕਰ ਆਪਾਂ ਦੇਖੀਏ, ਕਲਾ ਦਾ ਪਾਰਖੀ ਲੱਭਣੇ ਬਹੁਤ ਮੁਸ਼ਕਲ ਹੈ। ਬਿਲਕੁਲ ਜੀ। ਅੱਜ ਦੀ ਦੁਨੀਆ ਦੇ ਵਿੱਚ ਇੱਥੇ ਕਹਿੰਦੇ ਨੇ ਕਿ ਕਾਮਾਂ ਦੀ ਝੋਲੀ ਪੈਂਦੇ ਨੇ ਸਾਰੇ ਜੋਗੀ ਸੁਰ ਸਨਮਾਨ, ਜੇ ਮੇਰੀ ਕਵਿਤਾ ਦਾ ਹੱਕ ਨਾ ਮਰਦਾ ਤਾਂ ਮੈਂ ਹੋਰ ਜਿਉਣਾ ਸੀ, ਤੇਰੇ ਸ਼ਹਿਰ ਦੇ ਵਿੱਚ ਲਾ ਕੇ ਮੈਂ ਚਿਹਰੇ ਤੇ ਚਿਹਰਾ ਘੁੰਮਦਾ, ਜੇ ਨਾ ਘੁੰਮਦਾ ਬੇਪਰਦਾ ਤਾਂ ਮੈਂ ਹੋਰ ਜਿਉਣਾ ਸੀ। ਗੱਲ ਇੱਕ ਜ਼ਿੰਦਗੀ ਦੇ ਵਿੱਚ ਇੱਥੇ ਆਮ ਤੌਰ ਤੇ ਦੇਖਿਆ ਗਿਆ ਬਹੁਤ ਸਾਰੇ ਕਲਾਕਾਰ ਜਿਹੜੇ ਆ, ਚੰਗੇ ਕਲਾਕਾਰ ਜਿਨ੍ਹਾਂ ਦਾ ਨਾਮ ਨਹੀਂ ਹੈਗਾ ਪਰ ਉਹ ਕਲਾਕਾਰ ਆ। ਬਿਲਕੁਲ, ਅਸਲ ਮਾਇਨੇ ਦੇ ਵਿੱਚ ਉਹ ਰੁਲਦੇ ਫਿਰਦੇ ਵਿਚਾਰੇ, ਤੇ ਜਿਨ੍ਹਾਂ ਦੇ ਪੱਲੇ ਕੱਖ ਵੀ ਨਹੀਂ, ਜਿਹੜੇ ਸਿਰਫ ਤੇ ਸਿਰਫ ਡਿਪੈਂਡ ਨੇ ਕੰਪਿਊਟਰ ਤੇ, ਲਾਈਟ ਚੱਲ ਜਾਵੇ ਉਹਨਾਂ ਦੀ ਕਲਾਕਾਰੀ ਡਿਮ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਉਹ ਅੱਜ ਕੱਲ੍ਹ ਲੋਕਾਂ ਦੇ ਚਹੇਤੇ ਬਣੇ ਹੋਏ ਨੇ। ਲੋਕਾਂ ਦੇ ਵਿਚਾਲੇ ਉਹ ਬਾਉਂਸਰ ਜੇ ਲੈ ਕੇ ਘੁੰਮਦੇ ਨੇ। ਉਹ ਇਸ ਕਰਕੇ ਬਾਉਂਸਰ ਲੈ ਕੇ ਘੁੰਮਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਵੇ ਨਾ ਵੀ ਜੇਕਰ ਅਸਲੀ ਕਿਤੇ ਗਾਉਣਾ ਪੈ ਜਾਵੇ ਤਾਂ ਫਿਰ ਲੋਕਾਂ ਦੇ ਕੋਲੋਂ ਬਚਾਉਣਾ ਅੱਗੇ ਨਹੀਂ। ਇਸ ਕਰਕੇ ਆਪਣੇ ਆਲੇ ਦੁਆਲੇ ਉਹ ਮੋਟੇ ਮੋਟੇ ਡੋਲਿਆਂ ਵਾਲੇ ਮੁੰਡੇ ਜੇ ਲੈ ਕੇ ਘੁੰਮਦਾ। ਕਈ ਵਾਰ ਤੇ ਉਹ ਮੋਟੇ ਮੋਟੇ ਡੋਲਿਆਂ ਵਾਲੇ ਆਪ ਹੀ ਖੜਕਾ ਕੇ ਚੱਲ ਜਾਂਦੇ ਕਿ ਭਾਈ ਨਾ ਤੈਨੂੰ ਕੁਝ ਮਿਲਦਾ ਨਾ ਸਾਨੂੰ ਕੁਝ ਮਿਲਦਾ, ਸਾਡੇ ਆ ਡੋਲੇ ਦੇ ਸ਼ੇਰ ਕੱਛ ਦੇ ਵਿੱਚ ਬਣਨ ਨੂੰ ਫਿਰਦੇ ਆ, ਸਾਨੂੰ ਵੀ ਦੇ ਕੁਝ। ਸੋ ਇਸ ਕਰਕੇ ਅੱਜ ਕਲਾ ਦੇ ਦੌਰ ਦੇ ਵਿੱਚ, ਅੱਜ ਦੇ ਇਸ ਕਲਾ ਜਿਹੜੀ ਆ ਨਾ ਉਹ ਲੱਭਣੀ, ਕਲਾ ਦੀ ਪਰਖ ਕਰਨੀ ਇੱਕ ਬਹੁਤ ਵੱਡਾ ਮਹੀਨ ਕੰਮ ਹੋ ਗਿਆ। ਤੇ ਤੁਸੀਂ ਜਿਹੜੀ ਮੈਨੂੰ ਕਹਾਣੀ ਉਸ ਕਲਾ ਦੇ ਪਾਰਖੂ ਦੀ ਸੁਣਾਉਣੀ ਹੈ,
ਲਓ ਜੀ, ਉਹ ਵੀ ਸੁਣਨੀ ਆਪਾਂ ਤੇ ਉਸ ਕਹਾਣੀ ਦਾ ਜ਼ਿਕਰ ਤੁਸੀਂ ਕਰ ਦਿਓ ਫਿਰ ਬਿਨਾਂ ਰੋਕ ਟੋਕ ਸ਼ੁਰੂ। ਬਿਲਕੁਲ ਜੀ। ਕਹਾਣੀ ਕੁਝ ਇਸ ਤਰ੍ਹਾਂ ਹੈ ਕਿ ਕਲਾ ਦਾ ਪਾਰਖ ਇੱਕ ਇਨਸਾਨ ਇੱਕ ਦੁਕਾਨ ਦੇ ਕੋਲੋਂ ਲੰਘ ਰਿਹਾ ਸੀ। ਉਹਨੇ ਦੇਖਿਆ ਵੀ ਦੁਕਾਨ ਦੇ ਕੋਲ ਇੱਕ ਬਿੱਲੀ ਜਿਹੜੀ ਹੈ ਉਹ ਇੱਕ ਕਟੋਰੇ 'ਚ ਦੁੱਧ ਪੀ ਰਹੀ ਹੈ। ਪਰ ਉਹ ਜਿਹੜਾ ਕਟੋਰਾ ਜਿਹਦੇ ਤੋਂ ਦੀ ਨਜ਼ਰ ਪਈ, ਕਿਉਂਕਿ ਕਲਾ ਦਾ ਪਾਰਖ ਸੀ, ਉਹਨੂੰ ਲੱਗਾ ਵੀ ਇਹ ਤਾਂ ਐਂਟੀਕ ਪੀਸ ਹੈ, ਇਹ ਤਾਂ ਲੱਖਾਂ ਕਰੋੜਾਂ ਦੇ ਵਿੱਚ ਵਿਕੇਗਾ ਜੇ ਮੈਂ ਇਹਦੀ ਬੋਲੀ ਲਾਈ। ਵਾਹ ਵਾਹ। ਉਹਨੇ ਕੀ ਕੀਤਾ ਕਿ ਉਹਨੇ ਉਸ ਦੁਕਾਨਦਾਰ ਨੂੰ ਕਿਹਾ ਵੀ ਭਾਈ ਮੈਨੂੰ, ਜੇ ਉਹਨੇ ਸੋਚਿਆ ਪਹਿਲਾਂ ਵੀ ਜੇ ਮੈਂ ਇਹਨੂੰ ਕਿਹਾ ਮੈਨੂੰ ਕਟੋਰਾ ਦੇ ਦੇ, ਇਹਨੇ ਦੇਣਾ ਨਹੀਂ, ਕਿਉਂ ਨਾ ਮੈਂ ਬਿੱਲੀ ਦੇ ਬਾਹਰ ਨਹੀਂ ਕਵਾਂ, ਬਿੱਲੀ ਦਾ ਸੌਦਾ ਕਰ ਲਈਏ, ਬਿੱਲੀ ਦਾ ਸੌਦਾ ਕਰ ਲੈਂਦੇ, ਨਾਲੇ ਮੱਝ ਦੇ ਨਾਲ ਹੀ ਕੀਲਾ। ਸੋ ਉਹਨੇ ਉਹਨੂੰ ਕਿਹਾ ਕਿ ਮੈਨੂੰ ਬਿੱਲੀ ਚਾਹੀਦੀ ਹੈ। ਦੁਕਾਨਦਾਰ ਕਹਿੰਦਾ ਨਹੀਂ ਨਹੀਂ ਮੈਂ ਨਹੀਂ ਦੇਣੀ ਬਿੱਲੀ, ਇਹ ਬੜੀ ਪਿਆਰੀ ਹੈ ਮੈਨੂੰ, ਮੈਂ ਕਿਉਂ ਦਵਾਂ। ਬਿੱਲੀ ਤਾਂ ਬਹੁਤ ਵਧੀਆ, ਇਹ ਤਾਂ ਰਾਤ ਨੂੰ ਲੋਰੀਆਂ ਵੀ ਸੁਣਾਉਂਦੀ ਹੈ। ਇਹ ਬਿੱਲੀ ਦੇ ਸਿਰ ਤੇ ਤਾਂ ਅਸੀਂ ਸਾਰੀ ਦੁਕਾਨ ਚਲਾਉਂਦੇ ਆ। ਇਹ ਤਾਂ ਬਿੱਲੀ ਸਾਡੇ ਘਰ ਦਾ ਕੰਮ ਬਹੁਤ ਕਰਦੀ, ਕਈ ਵਾਰ ਤੇ ਇਹਨੇ ਪੱਖੇ ਠੀਕ ਕੀਤੇ ਆ। ਨਹੀਂ, ਸਿਆਣੀ ਬਿੱਲੀ ਆ ਜੀ। ਸੋ ਉਹਨੇ ਕਿਹਾ ਕਿ ਨਹੀਂ ਇਹ ਬਿੱਲੀ ਮੈਂ ਬਿਲਕੁਲ ਨਹੀਂ ਦੇਣੀ। ਚਲੋ ਗੱਲ ਕਰਦਿਆਂ ਤੇ ਪਹੁੰਚੀ 10,000 ਤੇ। ਬਿੱਲੀ ਦਾ ਸੌਦਾ 10,000 ਚ ਮੁੱਕਿਆ। ਤੇਰਾ ਭਲਾ ਜੇ ਬਿੱਲੀ ABC ਬੋਲਦੀ ਸੀ। ਸੋ ਉਹਦੇ ਪਿੱਛੇ ਕਹਾਣੀ ਤੇ ਇਹੀ ਆ ਨਾ ਵੀ ਉਹਨੂੰ ਚਾਹੀਦਾ ਤੇ ਉਹ ਕਟੋਰਾ ਸੀ, ਮਰਦਾ ਕੀ ਨਹੀਂ ਕਰਦਾ, 10,000 ਭਰਨਾ ਪਿਆ ਉਹਨੂੰ। ਕਹਿੰਦਾ ਲੈ ਫੜ ਬਈ ਤੂੰ 10,000 ਬਿੱਲੀ ਮੈਨੂੰ ਦੇ ਦੇ। ਫਿਰ ਜਾਂਦਾ ਜਾਂਦਾ ਕਹਿਣ ਲੱਗਾ ਬਈ ਆਹ ਕਟੋਰਾ ਕੀ ਕਰਨਾ ਤੂੰ, ਮੇਰੇ ਕੰਮ ਆ ਜਾਊ, ਤੁਸੀਂ ਥੋੜਾ ਰੋਟੀ ਖਾਣੀ। ਹਾਂ ਮੇਰੇ ਕੰਮ ਆ ਜਾਊ, ਮੇਰੀ ਬਿੱਲੀ ਦੇ ਕੰਮ ਆ ਜਾਊਗਾ, ਵਿਚਾਰੀ ਦੁੱਧ ਪੀ ਲੂਗੀ, ਆ ਲੈ ਫੜ 100-200 ਰੁਪਇਆ ਤੇ ਆ ਵੀ ਮੈਨੂੰ ਦੇ ਦੇ। ਕਹਿੰਦਾ ਨਾ 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 ਨਾ, ਇਹਦੇ ਸਿਰ ਤੇ ਹੁਣ ਤੱਕ ਮੈਂ 30 ਬਿੱਲੀਆਂ ਵੇਚਤੀਆਂ। ਬਈ ਇਹ ਗੱਲ ਸੱਚੀ ਹੈ। ਕੁਝ ਲੋਕਾਂ ਦੇ ਕੋਲ ਐਸੇ ਨੁਸਖੇ ਹੁੰਦੇ ਆ ਨਾ ਕਿ ਉਹਨਾਂ ਨੁਸਖਿਆਂ ਦੇ ਸਿਰ ਤੇ ਉਹ ਜੋ ਮਰਜ਼ੀ ਕਹਿ ਦੇਣ, ਉਹਨਾਂ ਦੇ ਸਿਰ ਤੇ ਕੰਮ ਚੱਲਦਾ। ਇਸੇ ਤਰ੍ਹਾਂ ਹੀ ਸਾਡੇ ਪੰਜਾਬ ਦੇ ਵਿੱਚ, ਸਾਡੇ ਇੰਡੀਆ ਦੇ ਵਿੱਚ ਸਾਰੇ ਸਿਆਸਤਦਾਨਾਂ ਦਾ ਇਹਨਾਂ ਜ਼ਾਤਾਂ ਪਾਤਾਂ ਦੇ ਨਾਮ ਦੇ ਕਟੋਰੇ ਦੇ ਉੱਪਰ ਵੋਟਾਂ ਦੇ ਨਾਲ ਉਹਨਾਂ ਦੇ ਬਕਸੇ ਭਰਦੇ ਆ, ਉਹਨਾਂ ਦਾ ਵਪਾਰ ਚੱਲਦਾ। ਸੋ ਬੇਨਤੀ ਕਰਾਂਗੇ ਸਾਰੇ ਸਾਡੇ ਜਿਹੜੇ ਦੇਖਣ ਵਾਲੇ ਨੇ, ਸੁਣਨ ਵਾਲੇ ਨੇ, ਕਿ ਯਾਰ ਹੁਣ ਅਸੀਂ ਉੱਪਰ ਉੱਠ ਆਈਏ, ਦੁਨੀਆ ਚੰਨ ਤੇ ਪਹੁੰਚ ਗਈ ਹੈ। ਇੱਥੇ ਵੱਡੇ ਵੱਡੇ ਲੋਕ ਜਿਹੜੇ ਨੇ ਸਵੇਰ ਨੂੰ ਜਾਂਦੇ ਨੇ ਪਲਾਟ ਦੇ ਵਿੱਚ, ਸ਼ਾਮ ਨੂੰ ਆਪਣੇ ਘਰ ਆ ਜਾਂਦੇ ਨੇ, ਘਰ ਵਾਲੀ ਨੂੰ ਆਣ ਕੇ ਮੂਵੀ ਦੀ ਸ਼ੂਟਿੰਗ ਕਰ ਆਉਂਦੇ ਨੇ। ਔਰ ਗੱਲ ਇਹ ਹੈ ਕਿ ਅਸੀਂ ਲੋਕ ਹਾਲੇ ਵੀ ਉੱਥੇ ਫਿਰਦੇ। ਅਸੀਂ ਲੋਕ ਕੱਚੀਆਂ ਗਲੀਆਂ ਨਾਲੀਆਂ ਪੱਕੀਆਂ ਕਰਵਾਉਣ ਦੇ ਲਈ ਅਸੀਂ ਆਪ ਪਤਾ ਨਹੀਂ ਪੱਕ ਜਾਂਦੇ ਆ। ਅਸੀਂ ਇਹ ਵੀ ਕਹਿੰਦੇ ਕਿ ਖਾਸ ਧਰਮ, ਖਾਸ ਵਰਗ, ਖਾਸ ਜਾਤ ਦਾ ਤੁਹਾਨੂੰ ਮੁੱਖ ਮੰਤਰੀ ਦਿੱਤਾ ਜਾਏਗਾ। ਜੀ, ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਨੂੰ ਸਾਰਿਆਂ ਨੂੰ ਪਿੱਛੇ ਕਰਕੇ ਨਾ ਤੁਸੀਂ ਜ਼ਾਤ ਪਾਤ ਧਰਮ ਆਪਣੇ ਭਾਈ ਭਤੀਜਾਬਾਦ ਦੇ ਨਾਮ ਤੇ ਵੋਟ ਕਰੋ। ਵੋਟ ਕਰਨੀ ਆ ਤਾਂ ਸਿਰਫ ਇਸ ਗੱਲ ਨੂੰ ਕਰੋ ਕਿ ਕਿਹੜੇ ਬੰਦੇ ਦੇ ਕੋਲ ਤੁਹਾਡੇ ਪੰਜਾਬ ਦੇ ਵਾਸਤੇ, ਤੁਹਾਡੇ ਧੀਆਂ ਪੁੱਤਰਾਂ ਦੇ ਵਾਸਤੇ ਕੀ ਪਲਾਨ ਹੈਗੇ, ਕੀ ਪਲੈਨਿੰਗ ਹੈਗੀ। ਜੇਕਰ ਤਾਂ ਉਹਨਾਂ ਦੇ ਕੋਲ ਚੰਗੀ ਪਲੈਨਿੰਗ ਹੈਗੀ ਆ ਤਾਂ ਫਿਰ ਉਹਨਾਂ ਨੂੰ ਵੋਟ ਕਰੋ, ਨਹੀਂ ਤਾਂ ਉਹਨਾਂ ਨੂੰ ਫਿਰ ਹੱਥ ਹੀ ਜੋੜ ਦਿਓ। ਬਿਲਕੁਲ ਜੀ। ਜਿਹੜੀ ਗੱਲ ਆਪਾਂ ਕਰ ਰਹੇ ਹਾਂ ਜਾਤਾਂ ਪਾਤਾਂ ਦੀ, ਉਹਦੇ ਵਿੱਚ ਹਾਲੇ ਵੀ ਸਮਾਜ ਨੂੰ ਵੰਡਿਆ ਜਾ ਰਿਹਾ। ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਬਾਰ-ਬਾਰ ਨਸੀਹਤਾਂ ਦਿੱਤੀਆਂ ਜਾਂਦੀਆਂ ਨੇ। ਉਹਨਾਂ ਨੂੰ ਕਿਹਾ ਜਾਂਦਾ ਕਿ ਕੋਈ ਵੀ ਗੱਲ ਹੈ ਸਿੱਧੀ ਸਾਨੂੰ ਆ ਕੇ ਕਹੋ। ਉਹ ਕਦੀ ਕਿਸੇ ਤਰ੍ਹਾਂ ਦਾ ਨੁਕਸ ਕੱਢ ਦਿੰਦੇ ਨੇ, ਕਦੀ ਕੈਪਟਨ ਸਾਹਿਬ ਦੇ ਵਿੱਚ ਨੁਕਸ ਕੱਢਦੇ ਨੇ, ਕਦੀ ਚੰਨੀ ਸਾਹਿਬ ਦੇ ਵਿੱਚ ਨੁਕਸ ਕੱਢਦੇ ਨੇ, ਤੇ ਹਾਰ ਕੇ ਹਾਈਕਮਾਨ ਨੂੰ ਇਹ ਕਹਿਣਾ ਪੈਂਦਾ ਹੈ ਵੀ ਤੁਸੀਂ ਤਾਂ ਮੁੱਖ ਮੰਤਰੀ 'ਚ ਨੁਕਸ ਕੱਢੀ ਜਾਂਦੇ ਹੋ, ਸਾਨੂੰ ਇਹ ਵੀ ਦੱਸੋ ਵੀ ਤੁਸੀਂ ਪ੍ਰਧਾਨ ਸਾਹਿਬ ਰਹਿੰਦੇ ਹੋਇਆ ਕੀਤਾ ਕੀ ਹੈ। ਇਹਨਾਂ ਕਹਿ ਕੇ ਉਹਨਾਂ ਨੂੰ ਵਾਪਸ ਤੋਰ ਦਿੱਤਾ ਜਾਂਦਾ। ਔਰ ਦੂਜੇ ਪਾਸੇ ਉਹ 13 ਮੁੱਦਿਆਂ ਨੂੰ ਚੱਕ ਕੇ ਫੇਰ ਆਉਂਦੇ ਨੇ। ਫਿਰ ਤੋਂ ਰੇੜਕਾ ਪੈਂਦਾ ਹੈ ਨਵਜੋਤ ਸਿੰਘ ਸਿੱਧੂ ਔਰ ਚਰਨਜੀਤ ਚੰਨੀ ਹੋਰਾਂ ਦਾ, ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ। ਔਰ ਚਰਨਜੀਤ ਚੰਨੀ ਹੋਰਾਂ ਨੂੰ ਇਹ ਗੱਲ ਕਹਿਣੀ ਪੈਂਦੀ ਹੈ ਹਾਰ ਕੇ, ਭਾਈ ਮੈਨੂੰ ਯਾਦ ਆ, ਮੈਂ ਕਰੂੰਗਾ। ਜੀ ਮੈਨੂੰ ਤੁਸੀਂ ਨਾ ਯਾਦ ਕਰਾਓ। ਕਾਰਨ ਹੈ ਕਿ ਚੰਨੀ ਸਾਹਿਬ 100 ਦਿਨਾਂ ਦੇ ਲਈ ਮੁੱਖ ਮੰਤਰੀ ਬਣੇ ਆ। ਜਿਹੜਾ ਇੰਨੇ ਲੰਮੇ ਸਮੇਂ ਤੋਂ ਕਾਂਗਰਸ ਦੀ ਸਰਕਾਰ ਰਹੀ ਹੈ ਉਹ ਕਰ ਨਹੀਂ ਸਕੀ। ਕਿਸ ਕਾਰਨ? ਆਪਸੀ ਕਾਟੋ ਕਲੇਸ਼। ਠੀਕ, ਚੰਗਾ ਰਾਜ ਭਾਗ ਇਸ ਕਾਰਜਕਾਲ ਦੇ ਦੌਰਾਨ ਜਿਹੜਾ ਇਹਨਾਂ ਨੂੰ 2017 ਤੋਂ ਮਿਲਿਆ ਸੀ ਉਹ ਲੋਕਾਂ ਨੂੰ ਨਹੀਂ ਦੇ ਸਕੇ। ਠੀਕ, ਹੁਣ ਵੀ ਉਹਨਾਂ ਦੀ ਉਹੀ ਕਾਟੋ ਕਲੇਸ਼ ਹੈ। ਉਹ ਕਹਿੰਦੇ ਨੇ ਕਿ ਆਪ ਕਿਸੇ ਜਈ ਨਾ ਤੇ ਨੱਕ ਚਾੜਨੋਂ ਰਹੀ ਨਾ। ਹਰ ਇੱਕ ਦੇ ਵਿੱਚ ਨੁਕਸ ਆ, ਹਰ ਇੱਕ ਦੇ ਵਿੱਚ ਨੁਕਸ ਆ। ਦੇਖੋ, ਕਾਣੇ ਨੂੰ ਸਾਰੇ ਅੰਨੇ ਦੀਦੇ ਹੁੰਦੇ ਆ। ਠੀਕ ਹੈ ਨਾ। ਕਾਰਨ ਇਹ ਹੈ ਕਿ ਅਸੀਂ ਆਪ ਕੀ ਕੀਤਾ, ਅਸੀਂ ਆਪਣੇ ਹਲਕੇ ਦੇ ਵਿੱਚ ਕੀ ਕੀਤਾ, ਆਪਣੀ ਪੀੜੀ ਥੱਲੇ ਅਸੀਂ ਸੋਟਾ ਮਾਰਿਆ। ਠੀਕ ਹੈ ਨਾ। ਸਭ ਤੋਂ ਵੱਡੀ ਗੱਲ ਦੇਖੋ, ਪ੍ਰਧਾਨ ਸਾਹਿਬ ਜੇਕਰ ਚੰਗੇ ਤਰੀਕੇ ਤੇ ਸਲੀਕੇ ਦੇ ਨਾਲ ਸਾਰਿਆਂ ਨੂੰ ਨਾਲ ਲੈ ਕੇ ਚੱਲਣ, ਪ੍ਰਧਾਨ ਉਹ ਮੁਖੀ ਹੈ। ਠੀਕ ਹੈ ਨਾ। ਉਹਦਾ ਵੀ ਫਰਜ਼ ਬਣਦਾ ਕਿ ਤੁਸੀਂ ਵੀ ਜੱਫੀਆਂ ਪਾਓ, ਤੁਸੀਂ ਵੀ ਰੁੱਸਿਆਂ ਨੂੰ ਮਨਾਓ। ਕੱਲਾ ਇਹ ਥੋੜਾ ਵੀ ਮੁੱਖ ਮੰਤਰੀ ਜੋ ਕਰੇ ਸੋ ਕਰੇ। ਜਦੋਂ ਤੁਹਾਡਾ ਹੱਥ ਫੜ ਕੇ ਉਹ ਚੱਲਦੇ ਨੇ ਫਿਰ ਉਹ ਚੰਗੇ ਨੇ। ਨਹੀਂ, ਤੁਸੀਂ ਹੱਥ ਫੜ ਕੇ ਜਦੋਂ ਜਿਹਨੂੰ ਮਰਜ਼ੀ ਜਿੱਦੋਂ ਮਰਜ਼ੀ ਤੋਰ ਲਓ, ਤੇ ਜੇਕਰ ਤੁਹਾਡੇ ਮੋਢੇ ਤੇ ਹੱਥ ਰੱਖ ਕੇ ਅਗਲੇ ਨੇ ਕਹਿੰਦੇ ਕਿ 2 ਮਿੰਟ ਬਹਿ ਜਾਓ, ਸਾਹ ਲੈ ਲਓ, ਆਪਾਂ ਆਹ ਕੰਮ ਕਰ ਲਈਏ,
ਉਦੋਂ ਤੁਸੀਂ ਕਿਉਂ ਨਹੀਂ ਚੱਲਦੇ? ਤੁਸੀਂ ਤੁਹਾਡੇ ਨਾਲ ਮੀਟਿੰਗਾਂ ਕਰਵਾਈਆਂ ਜਾਂਦੀਆਂ, ਮੁੱਖ ਮੰਤਰੀ ਦੀ ਮੀਟਿੰਗ ਹੁੰਦੀ ਆ, ਮੀਟਿੰਗ ਤੋਂ ਪਹਿਲਾਂ ਤੁਸੀਂ 13 ਨਕਾਤੀ ਪ੍ਰੋਗਰਾਮ ਨਵਾਂ ਕੱਢ ਵਾਰਦੇ ਹੋ, ਤੁਸੀਂ ਚਿੱਠੀਆਂ ਆਪਣੀਆਂ ਵਾਇਰਲ ਕਰ ਦਿੰਦੇ ਹੋ। ਸਭ ਤੋਂ ਵੱਡੀ ਗੱਲ ਇਹ ਜ਼ਿੰਮੇਵਾਰੀ ਥੋੜਾ, ਜ਼ਿੰਮੇਵਾਰੀ ਤਾਂ ਇਹ ਕਹਿੰਦੀ ਹੈ ਕਿ ਤੁਸੀਂ ਆਪਣੀ ਜੇਕਰ ਗੱਲ ਰੱਖਣੀ ਹੈ ਪਾਰਟੀ ਪਲੇਟਫਾਰਮ ਤੇ ਰੱਖੋ, ਪਾਰਟੀ ਨੂੰ ਦੱਸੋ, ਜਨਤਾ ਦੇ ਸਾਹਮਣੇ ਕਿਉਂ ਰੱਖਦੇ? ਇਸੇ ਕਰਕੇ ਹੁਣ ਜਿਹੜੀ ਹਾਈ ਕਮਾਨ ਹੈ ਉਹ ਖਿਜੀ ਬੈਠੀ ਹੈ, ਹੁਣ ਉਹ ਬਹੁਤ ਤੱਤੀ ਹੋਈ ਬੈਠੀ ਹੈ। ਔਰ ਸਿੱਧੂ ਨੂੰ ਵੀ ਉਹਨਾਂ ਨੇ ਸਮਝਾ ਕੇ ਭੇਜ ਦਿੱਤਾ ਕਿ ਜਾ ਕੇ ਪਹਿਲਾਂ ਕੰਮ ਕਰ ਜੀ, ਤੇ ਜੇਕਰ ਉਹ ਕੰਮ ਕਰਨਗੇ ਤਾਂ ਚੰਗੇ ਰਹਿਣਗੇ, ਕਿਉਂਕਿ ਇਹਨਾਂ ਦੀ ਲੜਾਈ ਦੇ ਵਿੱਚ ਪੰਜਾਬ ਦਾ ਨੁਕਸਾਨ ਹੈ, ਪੰਜਾਬੀਆਂ ਦਾ ਨੁਕਸਾਨ ਹੈ, ਪੰਜਾਬੀਅਤ ਦਾ ਨੁਕਸਾਨ ਹੈ। ਕਿਉਂਕਿ ਜੇਕਰ ਮੁੱਖ ਮੰਤਰੀ ਤੇ ਪ੍ਰਧਾਨ ਸਾਹਿਬ ਆਪਸ ਵਿੱਚ ਹੀ ਲੜਦੇ ਰਹੇ ਤੇ ਸਾਡੇ ਪੋਤੜੇ ਕਿਨੇ ਧੋਣੇ ਆ ਜੀ। ਔਰ ਦੇਖਿਆ ਜਾਵੇ ਜੇ ਅਸੀਂ ਅਗਲੀ ਗੱਲ ਕਰੀਏ ਤੇ ਗੁਰਮੀਤ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਜੀ, ਪਰ ਉਹ ਕਹਿੰਦੇ ਨਾ ਵੀ ਰੱਸੀ ਸੜ ਗਈ ਹਾਲੇ ਵੱਟ ਨਹੀਂ ਗਿਆ। ਉਹ ਕਹਿੰਦੇ ਵੀ ਮੈਨੂੰ ਵੀਡੀਓ ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇ, ਮੈਂ ਬੜੇ ਭਲੇ ਦੇ ਕੰਮ ਕੀਤੇ ਨੇ। ਵੀਡੀਓ ਬਣਾਉਣ ਦੀ ਇਜਾਜ਼ਤ ਦੇ ਦਿਓ, ਹੁਣ ਕੋਈ ਨਵੀਂ ਫਿਲਮ ਬਣਾ ਲਓ, ਠੀਕ ਹੈ। ਕਹਿਣ ਦਾ ਮਤਲਬ ਇਹ ਹੈ, ਦੇਖੋ ਕੋਈ ਵੀ ਜਿਹੜਾ ਦੋਸ਼ੀ ਹੈ ਚਾਹੇ ਉਹਦਾ ਕਿੱਡਾ ਵੀ ਨਾਮ ਹੋਵੇ ਜੀ, ਉਹ ਜੇਕਰ ਕਾਨੂੰਨ ਨੇ ਉਹਨੂੰ ਦੋਸ਼ੀ ਠਹਿਰਾ ਦਿੱਤਾ ਤੇ ਹੁਣ ਉਹ ਦੋਸ਼ੀ ਆ, ਠੀਕ ਹੈ ਨਾ। ਸਜ਼ਾ ਹੋ ਗਈ ਹੈ ਉਮਰ ਕੈਦ ਦੀ, ਤਾਂ ਉਮਰ ਜੇਲ੍ਹ ਦੇ ਵਿੱਚ ਰਹਿਣਾ। ਜਿਹੜੀ ਪੈਰੋਲ ਮਿਲਣੀ ਹੈ, ਛੁੱਟੀ ਮਿਲਣੀ, ਫਰਲੋ ਮਿਲਣੀ ਹੈ, ਉਹ ਵੀ 5 ਸਾਲ ਤੱਕ ਕੋਈ ਨਹੀਂ ਮਿਲਣੀ ਜੀ, ਠੀਕ ਹੈ ਨਾ। ਇਸ ਮੌਕੇ ਦੇ ਉੱਪਰ ਹੁਣ ਗੱਲ ਇਹ ਬਣਦੀ ਹੈ ਕਿ ਲੋਕ ਜਿਹੜੇ ਨੇ ਉਹਦੇ ਮਗਰ ਲੱਗੇ ਹੋਏ ਨੇ ਜੀ, ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਕਾਨੂੰਨ, ਜਿਹੜੀ ਕਾਨੂੰਨ ਦੀ ਦੇਵੀ ਦੇਖਦੇ ਨਾ ਆਪਾਂ, ਉਹ ਅੱਖਾਂ ਤੇ ਉਹਦੇ ਪੱਟੀ ਬੰਨੀ ਹੁੰਦੀ ਹੈ। ਇਹਦਾ ਮਤਲਬ ਇਹ ਨਹੀਂ ਕਿ ਉਹ ਅੰਨਾ ਆ, ਠੀਕ ਹੈ। ਅੱਖਾਂ ਤੇ ਪੱਟੀ ਤਾਂ ਬੰਨੀ ਹੁੰਦੀ ਹੈ ਕਿ ਉਹਨੂੰ ਕੋਈ ਵੀ ਆਪਣਾ ਪਰਾਇਆ ਨਾ ਦਿਸੇ, ਉਹਨੂੰ ਕੋਈ ਵੀ ਭਾਈ ਭਤੀਜਾਵਾਦ ਨਾ ਦਿਸੇ, ਉਹ ਕੋਈ ਵੀ ਕਿਸੇ ਨਾਲ ਭੇਦਭਾਵ ਨਾ ਕਰ ਸਕੇ। ਇਹ ਨਾ ਦੇਖੇ ਕਿ ਕੋਈ ਸਾਧ ਆ ਤੇ ਜਾਂ ਫਿਰ ਕੋਈ ਆਮ ਬੰਦਾ ਆ, ਠੀਕ ਹੈ। ਕਾਨੂੰਨ ਸਾਰਿਆਂ ਦੇ ਲਈ ਇੱਕੋ ਜਿਹਾ। ਔਰ ਇਸ ਮਾਮਲੇ ਦੇ ਵਿੱਚ ਸਮਾਂ ਇੰਨਾ ਲੱਗ ਗਿਆ ਕਿ ਜਿਹਨੇ ਇਹ ਕੇਸ ਕੀਤਾ ਸੀ ਉਹ ਵਿਚਾਰਾ ਆਪ ਮਰ ਗਿਆ ਜੀ। ਉਹਦਾ ਪੋਤਾ ਹੁਣ ਕਹਿੰਦਾ ਕਿ ਬੜੇ ਸਾਲ ਅਸੀਂ ਦੀਵਾਲੀ ਨਹੀਂ ਮਨਾਈ, ਬੜੇ ਸਾਲ ਅਸੀਂ ਆਪਣੇ ਘਰ ਦੇ ਬਨੇਰਿਆਂ ਦੇ ਉੱਪਰ ਦੀਵੇ ਨਹੀਂ ਬਾਲੇ, ਪਟਾਕਿਆਂ ਦੀ ਆਵਾਜ਼ ਦੇ ਨਾਲ ਉਹ ਡਰਦੇ ਸੀ, ਉਹਨਾਂ ਨੂੰ ਲੱਗਦਾ ਸੀ ਵੀ ਗੋਲੀਆਂ ਦੀ ਆਵਾਜ਼ ਹੈ। ਹਾਂ, ਤੇ ਹੁਣ ਉਹ ਕਹਿੰਦਾ ਕਿ ਇੰਨੇ ਸਾਲਾਂ ਬਾਅਦ ਮੇਰਾ ਜਿਹੜਾ ਦਾਦਾ ਉਹ ਚੀਜ਼ ਦੇਖ ਨਹੀਂ ਸਕਿਆ, ਅਸੀਂ ਦੇਖੀ ਹੈ, ਸਾਨੂੰ ਇਨਸਾਫ ਮਿਲਿਆ, ਅਸੀਂ ਹੁਣ ਦੀਵਾਲੀ ਮਨਾਵਾਂਗੇ ਔਰ ਪਟਾਕੇ ਚਲਾਵਾਂਗੇ। ਕਹਿਣ ਦਾ ਮਤਲਬ ਇਹ ਹੈ ਕਿ ਸਾਡੇ ਮੁਲਕ ਦੇ ਵਿੱਚ, ਭਾਰਤ ਵਿੱਚ ਕਾਨੂੰਨ ਲੋਕਾਂ ਦੀਆਂ ਜੁੱਤੀਆਂ ਕਿਉਂ ਘਸਾਉਂਦਾ ਹੈ? ਲੋਕਾਂ ਦੀਆਂ ਜੁੱਤੀਆਂ ਘਸ ਜਾਂਦੀਆਂ ਨੇ, ਕੱਪੜੇ ਪਾੜ ਜਾਂਦੇ ਨੇ, ਗੋਡੇ ਘਸ ਜਾਂਦੇ ਨੇ, ਫਿਰ ਜਾ ਕੇ ਉਹਨਾਂ ਨੂੰ ਜਦੋਂ ਕਾਨੂੰਨ ਮਿਲਦਾ ਹੀ ਆ ਤਾਂ ਫਿਰ ਉਦਾਂ ਦਾ ਹੁੰਦਾ ਜਿੱਦਾਂ ਮੁਰਦੇ ਦੇ ਮੂੰਹ ਦੇ ਵਿੱਚ ਘਿਓ ਪਾਉਣ ਵਾਲੀ ਗੱਲ ਆ। ਬਿਲਕੁਲ ਜੀ, ਇਹੋ ਜਿਹੀਆਂ ਹੋਰ ਵੀ ਬਹੁਤ ਸਾਰੀਆਂ ਖਬਰਾਂ ਨੇ ਆਪਣੇ ਕੋਲ ਔਰ ਇਹ ਸਿਲਸਿਲਾ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ। ਫਿਲਹਾਲ ਸਮਾਂ ਹੋ ਗਿਆ ਜੀ ਇੱਕ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਇਸ ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਅਸੀਂ ਸਵਾਗਤ ਕਰਦੇ ਹਾਂ ਜੀ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਆਪਣਾ ਪਸੰਦੀਦਾ ਪ੍ਰੋਗਰਾਮ ਪੰਜਾਬੀ ਸੱਥ, ਚਰਨਜੀਤ ਜੋਗੀ ਤੇ ਰਮਣੀ ਕੌਰ ਦੇ ਨਾਲ। ਬਿਲਕੁਲ ਜੀ, ਔਰ ਜੇ ਅਗਲੀ ਗੱਲ ਕਰ ਲਈਏ ਜੋਗੀ ਜੀ, ਇਹ ਸਿਆਸਤ ਦੇ ਵਿੱਚ ਇੱਕ ਦੂਜੇ ਦੇ ਉੱਪਰ ਦੂਸ਼ਣਬਾਜ਼ੀ ਵੀ ਕੀਤੀ ਜਾਂਦੀ ਹੈ ਜੀ, ਨਵੀਂ ਗੱਲ ਥੋੜਾ ਕੋਈ ਹੈ ਨਾ, ਇੱਕ ਦੂਜੇ ਤੇ ਨਿਸ਼ਾਨੇ ਲਾਏ ਜਾਂਦੇ ਜੀ। ਹੁਣ ਕਰਨਾਟਕ ਦੀ ਕਾਂਗਰਸ ਨੇ ਇੱਕ ਟਵੀਟ ਕੀਤਾ ਜਿਹਦੇ ਵਿੱਚ ਉਹਨਾਂ ਨੇ ਗੱਲ ਸਾਫ਼ ਤੌਰ ਤੇ ਕਹੀ, ਅਸੀਂ ਸਕੂਲ ਬਣਾਏ ਪਰ ਉਹ ਪੜ੍ਹਨ ਨਹੀਂ ਗਏ। ਅੱਛਾ, ਪ੍ਰਧਾਨ ਸੇਵਕ ਵਾਲੇ ਇਸ਼ਾਰਾ ਬਿਲਕੁਲ ਜੀ, ਉਹਨਾਂ ਦਾ ਇਸ਼ਾਰਾ ਕਿੱਥੇ ਸੀਗਾ ਅਸੀਂ ਸਮਝਦੇ ਹਾਂ, ਪਰ ਗੱਲ ਇਹ ਹੈ ਕਿ ਜਿਹੜੇ ਸਕੂਲ ਇਹ ਸਰਕਾਰਾਂ ਨੇ ਬਣਾਏ ਨੇ, ਚਾਹੇ ਸਰਕਾਰਾਂ ਕੋਈ ਵੀ ਰਹੀਆਂ ਹੋਣ, ਆਮ ਤੌਰ ਤੇ ਸਾਰਿਆਂ ਨੂੰ ਪਤਾ ਹੈ ਕਿ ਕਾਂਗਰਸ ਦੀਆਂ ਸਰਕਾਰਾਂ ਹੀ ਰਹੀਆਂ ਦੇਸ਼ ਦੇ ਵਿੱਚ ਜੀ, ਪਰ ਇੰਨੇ ਸਾਲਾਂ ਦੇ ਵਿੱਚ ਉਹ ਸਕੂਲਾਂ ਦਾ ਇੱਕ ਵਧੀਆ ਨਮੂਨਾ ਕਿਉਂ ਨਹੀਂ ਪੇਸ਼ ਕਰ ਸਕੇ? ਤੁਹਾਡੇ ਸਕੂਲਾਂ ਦੇ ਵਿੱਚ ਪ੍ਰਧਾਨ ਸੇਵਕ ਕੀ, ਮੈਂ ਕਿਹਾ ਜੀ ਆਮ ਤੌਰ ਤੇ ਮੇਰੇ ਵਰਗੇ ਸੇਵਕਾਂ ਦੇ ਵੀ ਨਿਆਣੇ ਨਹੀਂ ਪੜ੍ਹਦੇ, ਉੱਥੇ ਤੇ ਵੱਡੇ ਵੱਡੇ ਲੰਬੜਦਾਰਾਂ ਦੇ ਪਸ਼ੂ ਬੱਝੇ ਹੁੰਦੇ ਆ ਜੀ। ਸਕੂਲ ਦੇ ਵਿੱਚ ਤੁਹਾਡੀਆਂ ਕਲਾਸਾਂ ਕਿੱਥੇ ਹੁੰਦੀਆਂ? ਕਦੇ ਪਿੱਪਲ ਥੱਲੇ, ਕਦੇ ਟਾਹਲੀ ਥੱਲੇ, ਕਦੇ ਸਫੈਦੀਆਂ ਥੱਲੇ ਹੈ। ਔਰ ਤੁਸੀਂ ਜਦੋਂ ਵੀ ਕਿਤੇ ਕੋਈ ਸਕੂਲ ਦੇ ਵਿੱਚ ਕੋਈ ਵਿਆਹ ਸ਼ਾਦੀ ਹੋਵੇ ਪਿੰਡ ਦੇ ਵਿੱਚ ਤਾਂ ਛੁੱਟੀ ਕਰ ਦਿੰਦੇ ਹੋ, ਕੋਈ ਬਜ਼ੁਰਗ ਮਰ ਜਾਵੇ ਤਾਂ ਛੁੱਟੀ ਕਰ ਦਿੰਦੇ ਹੋ, ਮੀਂਹ ਜ਼ਿਆਦਾ ਆ ਜਾਵੇ ਤਾਂ ਛੁੱਟੀ ਕਰ ਦਿੰਦੇ ਹੋ। ਸਰਕਾਰੀ ਸਕੂਲਾਂ ਦੇ ਹਾਲਾਤ ਕੀ ਨੇ ਇਹ ਤਾਂ ਦੇਖੋ। ਇੰਨੇ ਸਾਲ ਹੋ ਗਏ ਨੇ ਆਜ਼ਾਦੀ ਨੂੰ ਮਾਣਦਿਆਂ ਹੋਇਆਂ, ਪਰ ਸਾਡੇ ਇਹਨਾਂ ਸਰਕਾਰੀ ਸਕੂਲਾਂ ਦੇ ਕਿਸੇ ਨੇ ਵੀ ਬਾਂਹ ਨਹੀਂ ਫੜੀ। ਜੇਕਰ ਇਹਨਾਂ ਦੀ ਬਾਂਹ ਫੜੀ ਹੁੰਦੀ ਤਾਂ ਜਿਹੜੇ ਪ੍ਰਾਈਵੇਟ ਸਕੂਲਾਂ ਦਾ ਗਲਬਾ ਆ, ਜਿਹੜਾ ਰਲ ਕੇ ਲੁੱਟਦੇ ਆ ਲੋਕਾਂ ਨੂੰ, ਉਹ ਲੁੱਟ ਖਸੁੱਟ ਨਾ ਹੁੰਦੀ, ਮਾਪੇ ਸੁਖੀ ਹੁੰਦੇ, ਲੋਕਾਂ ਦੀਆਂ ਜੇਬਾਂ ਦੇ ਵਿੱਚ ਵੀ 4 ਛਿੱਲੜ ਹੁੰਦੇ। ਪਰ ਇਹਨਾਂ ਨੇ ਇੱਕ ਸਰਕਾਰਾਂ ਨੇ ਨਿਚੋੜਤੇ, ਦੂਜੇ ਸਕੂਲਾਂ ਨੇ ਨਿਚੋੜਤੇ। ਇਹ ਲੋਕ ਜਿਹੜੇ ਵਿਚਾਰੇ
ਅੱਜ ਮਰੇ ਬੈਠੇ ਨੇ ਕਿਉਂਕਿ ਇਹਨਾਂ ਦੇ ਕੋਲ ਸਰਕਾਰੀ ਸੁੱਖ ਸਹੂਲਤਾਂ ਜਿਹੜੀਆਂ ਹੈ ਨਹੀਂ। ਤੇ ਤੁਸੀਂ ਕਹਿੰਦੇ ਹੋ ਕਿ ਤੁਹਾਡਾ ਇਹ ਪ੍ਰਧਾਨ ਸੇਵਕ ਜਿਹੜਾ ਉੱਥੇ ਪੜ੍ਹ ਕੇ ਆਉਂਦਾ, ਜੇਕਰ ਉੱਥੇ ਵਿਚਾਰਾ ਪੜ੍ਹਿਆ ਹੁੰਦਾ ਤੇ ਹੁਣ ਇੱਥੇ ਬੈਠਾ ਨਾ ਹੁੰਦਾ ਜਿੱਥੇ ਉਹ ਬੈਠਾ ਹੈ। ਬਿਲਕੁਲ ਜੀ। ਤੇ ਜੇ ਅਗਲੀ ਗੱਲ ਕਰ ਲਈਏ ਤੇ ਰਾਜਾ ਵੜਿੰਗ ਬੜੀ ਫਾਰਮ ਦੇ ਵਿੱਚ। ਰਾਜਾ ਵੜਿੰਗ ਹੋਰਾਂ ਨੇ ਥਾਂ ਥਾਂ ਤੇ ਜਾ ਕੇ ਕਦੇ ਕਿਸੇ ਬੱਸ ਸਟੈਂਡ ਤੇ ਸੱਤੀ ਸਵੇਰੇ ਉੱਠ ਕੇ ਚਲੇ ਜਾਂਦੇ ਨੇ ਕੂੜਾ ਚੱਕਣ ਦੇ ਲਈ, ਕਦੀ ਕਿਤੇ ਸਫਾਈ ਕਰਦੇ ਨੇ। ਤੇ ਹੁਣ ਉਹਨਾਂ ਨੇ ਇੰਨੀ ਗੱਲ ਕਹੀ ਹੈ ਕਿ ਅਸੀਂ 200 ਨਿੱਜੀ ਬੱਸਾਂ ਦੇ ਪਰਮਿਟ ਜਿਹੜੇ ਨੇ ਉਹ ਰੱਦ ਕੀਤੇ ਨੇ। ਦੇਖੋ ਬਹੁਤ ਚੰਗੀ ਗੱਲ ਹੈ ਕਿ ਜੇਕਰ ਇਸ ਤਰੀਕੇ ਦੇ ਨਾਲ ਜੀ ਤੁਸੀਂ ਆਪਣਾ ਜਿਹੜਾ ਕਿ ਸਰਕਾਰੀ ਮਾਲੀਆ ਜਿਹੜਾ ਵਧਾ ਰਹੇ ਹੋ, ਸਰਕਾਰੀ ਤੁਸੀਂ ਆਪਣਾ ਪੈਸਾ ਜਿਹੜਾ ਆ ਉਹ ਇਕੱਠਾ ਕਰ ਰਹੇ ਹੋ। ਜਿਵੇਂ ਉਹ ਦੱਸ ਰਿਹਾ ਕਿ ਮੈਂ ਇੱਕ ਦਿਨ ਦੇ ਵਿੱਚ 40 ਕਰੋੜ ਇਕੱਠਾ ਕਰ ਰਿਹਾ ਤੇ ਮੇਰਾ ਟੀਚਰ 100 ਕਰੋੜ ਦਾ। ਕਰਨਾ ਚਾਹੀਦਾ ਭਾਈ, ਸਰਕਾਰਾਂ ਦੇ ਕੋਲ ਪੈਸੇ ਹੋਣਗੇ ਤਾਂ ਲੋਕਾਂ ਦੇ ਉੱਪਰ ਲਾਉਣਗੇ, ਪਰ ਤੁਸੀਂ ਕੂੜਾ ਇਕੱਠਾ ਕਰ ਰਹੇ ਹੋ ਜੀ, ਤੁਸੀਂ ਕੂੜਾ ਸਾਫ਼ ਕਰਦੇ ਹੋ, ਕੀ ਸਿੱਧ ਕੀ ਕਰਨਾ ਚਾਹੁੰਦੇ ਹੋ? ਠੀਕ, ਮਾਨਯੋਗ ਟਰਾਂਸਪੋਰਟ ਮੰਤਰੀ ਨੌਜਵਾਨ ਨੇ ਔਰ ਬਹੁਤ ਅੱਗੇ ਵਧਣ ਦੀਆਂ ਸੰਭਾਵਨਾਵਾਂ ਨੇ। ਹਾਂ ਬਿਲਕੁਲ ਹੈਗੇ ਆ ਨਾ। ਔਰ ਕਾਰਨ ਇਹ ਹੈ ਕਿ ਤੁਸੀਂ ਜਿਹੜਾ ਕੂੜਾ ਆਪ ਖੁਦ ਸਾਫ਼ ਕਰਦੇ ਹੋ, ਕਿ ਇਦਾਂ ਦੀ ਵਿਵਸਥਾ ਨਹੀਂ ਹੋ ਸਕਦੀ ਕਿ ਜਿਨ੍ਹਾਂ ਦੀਆਂ ਤੁਸੀਂ ਡਿਊਟੀਆਂ ਲਾਈਆਂ ਹੋਈਆਂ ਉਹੀ ਆਪਣੀ ਡਿਊਟੀ ਨੂੰ ਤਨਦੇਹੀ ਦੇ ਨਾਲ ਨਿਭਾਉਣ ਜੀ। ਤੁਸੀਂ ਉੱਥੇ ਕਿਉਂ ਨਹੀਂ ਹੁਕਮ ਚਾੜਦੇ ਕਿ ਭਾਈ ਜਿਨ੍ਹਾਂ ਨੂੰ ਤਨਖਾਹਾਂ ਮਿਲਦੀਆਂ ਸਾਫ਼ ਸਫਾਈ ਦੀਆਂ ਉਹ ਕੰਮ ਆਪਣਾ ਪ੍ਰੋਪਰ ਕਰਨ, ਜਿਨ੍ਹਾਂ ਨੂੰ ਤਨਖਾਹਾਂ ਮਿਲਦੀਆਂ ਵੱਡੇ ਅਹੁਦਿਆਂ ਤੇ ਬੈਠ ਕੇ ਉਹ ਆਪਣੇ ਅਹੁਦੇ ਤੇ ਬਰਾਬਰ ਬੈਠਣ। ਜਿਹੜੇ ਡਰਾਈਵਰ ਆ, ਕੰਡਕਟਰ ਆ, ਇਹਨਾਂ ਵਿਚਾਰਿਆਂ ਦੀਆਂ ਚੂੜੀਆਂ ਕੱਸਣ ਦੇ ਨਾਲ ਕੀ ਬਣਨਾ? ਜਿਹੜੇ ਵੱਡੇ ਵੱਡੇ ਜਿਹੜੇ ਉੱਥੇ ਬੈਠੇ ਆ, ਅਫਸਰ ਬੈਠੇ ਆ, ਉਹਨਾਂ ਦੀਆਂ ਚੂੜੀਆਂ ਕੱਸੋ, ਉਹ ਆਪਣੇ ਦਫ਼ਤਰਾਂ ਦੇ ਵਿੱਚ ਟਾਈਮ ਦੇ ਨਾਲ ਆਉਣ, ਨਾਲ ਦੀ ਨਾਲ ਸਾਰਾ ਸਫਾਈ ਵਿਵਸਥਾ ਜੋ ਹੈਗੀ ਆ ਉੱਥੇ ਤੁਹਾਨੂੰ ਕਿਸੇ ਵੀ ਬੱਸ ਸਟੈਂਡ ਤੇ ਤੁਸੀਂ ਚੱਲ ਜਾਓ, ਤੁਹਾਨੂੰ ਚੰਗੇ ਬਾਥਰੂਮ ਨਹੀਂ ਮਿਲਣਗੇ ਜੀ, ਤੁਹਾਨੂੰ ਉਹਨਾਂ ਥਾਵਾਂ ਦੇ ਉੱਪਰ ਚੰਗੇ ਕਿਤੇ ਕੋਈ ਤੁਹਾਨੂੰ ਵੇਟਿੰਗ ਹਾਲ ਨਹੀਂ ਮਿਲਣਗੇ, ਤੁਹਾਨੂੰ ਚੰਗੇ ਉੱਥੇ ਖਾਣ ਪੀਣ ਦੇ ਲਈ ਕੋਈ ਸਟਾਲ ਨਹੀਂ ਮਿਲਣਗੇ। ਕੀ ਗੱਲ, ਤੁਸੀਂ ਉਹਨਾਂ ਦੇ ਕੋਲ ਪੈਸੇ ਨਹੀਂ ਲੈਂਦੇ? ਤੇ ਜੇਕਰ ਤੁਸੀਂ ਪੈਸੇ ਲੈ ਕੇ ਸਰਕਾਰ ਦੀ ਜੇਬ ਦੇ ਵਿੱਚ ਪਾ ਦਿੰਦੇ ਹੋ ਤੇ ਲੋਕਾਂ ਨੇ ਉੱਥੋਂ ਖਾਣਾ ਖਾ ਕੇ ਬਿਮਾਰ ਹੋਣ ਦਾ ਠੇਕਾ ਲਿਆ। ਤੁਸੀਂ ਆ ਕੂੜਾ ਕੜਾ ਚੱਕੀ ਫਿਰਦੇ ਹੋ, ਤੁਸੀਂ ਕੋਈ ਕੰਮ ਕਰਨਾ ਚੱਜ ਦਾ ਕਰੋ। ਸਾਨੂੰ ਲੋੜ ਹੈ ਕਿ ਉੱਥੇ ਦੀ ਪੂਰੀ ਤਰ੍ਹਾਂ ਦੇ ਜੋ ਪ੍ਰਬੰਧ ਆ, ਜੋ ਵਿਵਸਥਾ ਆ, ਉਹਨੂੰ ਠੀਕ ਕਰ ਦਿਓ। ਰਾਜਾ ਜੀ ਰਾਜਾ ਬਣਨਾ ਤੇ ਲੋਕਾਂ ਦੇ ਦਿਲਾਂ ਦੇ ਰਾਜੇ ਬਣੋ। ਇਦਾਂ ਦੇ ਕੰਮ ਕਰਕੇ ਤੁਸੀਂ ਲੋਕਾਂ ਦੇ ਦਿਲਾਂ ਦੇ ਵਿੱਚ ਬਹੁਤੀ ਦੇਰ ਨਹੀਂ ਵੱਸ ਸਕਦੇ, ਕਿਉਂਕਿ ਲੋਕ ਅੱਜ ਸਭ ਸਮਝਦੇ ਨੇ, ਕਿਉਂਕਿ ਇਹ ਕਿੱਥੋਂ ਕਿਹਨੂੰ ਤੁਸੀਂ ਦਿਖਾ ਰਹੇ ਹੋ। ਸਭ ਦੁਨੀਆ ਜਾਣੀ ਜਾਣਿਆ, ਇਹ ਪਬਲਿਕ ਹੈ, ਸਭ ਜਾਣਦੀ ਹੈ। ਇਹਨੂੰ ਤੁਸੀਂ ਹੁਣ ਇਸ ਤਰੀਕੇ ਨਾਲ ਭਰਮਾ ਨਹੀਂ ਸਕਦੇ। ਰਿਜ਼ਲਟ ਦਿਓ। ਟਰਾਂਸਪੋਰਟ ਮਹਿਕਮੇ ਦਾ ਰਿਜ਼ਲਟ ਕੀ ਹੈ? ਜੇਕਰ ਸਫਾਈਆਂ ਕਰਨ ਦੇ ਨਾਲ ਤੁਹਾਡੇ ਟਰਾਂਸਪੋਰਟ ਮਹਿਕਮੇ ਦਾ ਰੈਵਨਿਊ ਵੱਧਦਾ ਤਾਂ ਭਾਵੇਂ ਸਾਨੂੰ ਵੀ ਨਾਲ ਲਾ ਲਓ, ਅਸੀਂ ਵੀ ਕਰ ਦਿੰਦੇ ਹਾਂ। ਤੁਹਾਡਾ ਰੈਵਨਿਊ ਕਿੱਦਾਂ ਵਧੇਗਾ, ਤੁਹਾਡੀ ਸਾਖ ਕਿੱਦਾਂ ਵਧੇਗੀ, ਉਹ ਸਾਨੂੰ ਰਿਜ਼ਲਟ ਚਾਹੀਦੇ ਆ। ਪਬਲਿਕ ਅੱਜ ਰਿਜ਼ਲਟ ਮੰਗਦੀ ਹੈ। ਤੁਹਾਡੇ ਵੱਲੋਂ ਚੁੱਕਿਆ ਹੋਇਆ ਇਕੱਠਾ ਕੀਤਾ ਹੋਇਆ ਕੂੜਾ ਪਬਲਿਕ ਨੇ ਆਪਣੇ ਹੁਣ ਸਿਰ 'ਚ ਨਹੀਂ ਪਾਉਣਾ। ਜੋਗੀ ਜੀ, ਜੇ ਅਸੀਂ ਗੱਲ ਕਰੀਏ ਹਾਦਸਿਆਂ ਦੀ, ਤੇ ਸਾਡੇ ਪੰਜਾਬ ਦੇ ਵਿੱਚ, ਸਾਡੇ ਇੰਡੀਆ ਦੇ ਵਿੱਚ ਨਿੱਤ ਨਵੇਂ ਹਾਦਸੇ ਹੁੰਦੇ ਆ। ਸੜਕ ਹਾਦਸਿਆਂ ਦੇ ਕਾਰਨ ਬਹੁਤ ਸਾਰੇ ਬਣਦੇ ਆ। ਇੱਕ ਵੀਡੀਓ ਸਾਹਮਣੇ ਆਈ ਜਿੰਨੇ ਸਭ ਦਾ ਦਿਲ ਦਹਿਲਾ ਦਿੱਤਾ। ਜਲੰਧਰ ਲੁਧਿਆਣਾ ਹਾਈਵੇ ਤੇ ਦੋ ਕੁੜੀਆਂ ਰੇਲਿੰਗ ਟੱਪ ਕੇ ਹਾਈਵੇ ਨੂੰ ਕ੍ਰਾਸ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸੀ ਤੇ ਇੱਕ ਪੁਲਿਸ ਵਾਲੇ ਦੀ ਗੱਡੀ ਦੇ ਨਾਲ ਹੀ ਉਹਨਾਂ ਦੀ ਬੇਰਹਿਮੀ ਦੇ ਨਾਲ ਮੌਤ ਹੋ ਜਾਂਦੀ ਹੈ। ਸੜਕ ਹਾਦਸਾ ਸੀ ਇਹ। ਹਾਲਾਂਕਿ ਲੋਕਾਂ ਨੇ ਰੌਲਾ ਪਾਇਆ, ਹਾਈਵੇ ਨੂੰ ਜਾਮ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਬਾਅਦ ਵਿੱਚ ਗਲਤੀ ਉਹਨਾਂ ਕੁੜੀਆਂ ਦੀ ਹੀ ਨਿਕਲੀ ਕਿ ਉਹ ਗਲਤ ਤਰੀਕੇ ਦੇ ਨਾਲ, ਕਿਉਂਕਿ ਕਿਹਾ ਜਾ ਰਿਹਾ ਸੀ ਵੀ ਹਾਈਵੇ ਤਾਂ ਹੁੰਦਾ ਹੀ ਇਹਦੇ ਲਈ, ਗੱਡੀਆਂ ਦੇ ਲਈ ਹੈ, ਆਮ ਲੋਕਾਂ ਦੇ ਜਾਣ ਲਈ ਨਹੀਂ ਹੈ ਉਹ। ਜੀ ਦੇਖੋ, ਗੱਲ ਇਹ ਹੈ ਕਿ ਗਲਤੀ ਜਿਹਦੀ ਵੀ ਹੈ, ਸਭ ਤੋਂ ਪਹਿਲਾਂ ਤੇ ਸਾਨੂੰ ਬਹੁਤ ਦੁੱਖ ਹੈ ਜੀ ਕਿ ਉਹ ਕੁੜੀਆਂ ਜਿਹੜੀਆਂ ਉਸ ਹਾਦਸੇ ਦਾ ਸ਼ਿਕਾਰ ਹੋਈਆਂ, ਬੇਵਕਤੀ ਮੌਤ ਦੇ ਉੱਪਰ ਅਸੀਂ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ। ਪਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਸਾਡੇ ਲੋਕ ਜਿਹੜੇ ਨੇ ਸਮਝ ਨਹੀਂ ਰਹੇ ਜੀ। ਟਰਾਂਸਪੋਰਟ ਵਿਭਾਗ ਨੂੰ ਵੀ ਜਾਗਣਾ ਪੈਣਾ, ਪੁਲਿਸ ਡਿਪਾਰਟਮੈਂਟ ਨੂੰ ਵੀ ਜਾਗਣਾ ਪੈਣਾ, ਔਰ ਨਾਲ ਦੀ ਨਾਲ ਜਿਹੜੇ ਲੋਕ ਨੇ ਸਾਡੇ, ਉਹਨਾਂ ਨੂੰ ਵੀ ਜਾਗਣਾ ਪੈਣਾ ਜੀ। ਜੇਕਰ ਅਸੀਂ ਜਿਹੜੀ ਕਿ ਮਿਨਿਸਟਰੀ ਆਫ ਟਰਾਂਸਪੋਰਟ ਜਿਹੜੀ ਹੈਗੀ ਆ, ਉਹਦੀ ਤੁਸੀਂ ਵੈਬਸਾਈਟ ਤੇ ਜਾਓ ਤੇ ਤੁਹਾਨੂੰ ਇਹਨਾਂ ਹਾਦਸਿਆਂ ਦੀ ਇੱਕ ਪੂਰੀ ਲਿਸਟ ਮਿਲ ਜਾਊਗੀ। ਬਿਲਕੁਲ, ਕਿ ਕਿਹੜੇ ਸੂਬੇ ਦੇ ਵਿੱਚ ਕਿੰਨੇ ਹਾਦਸੇ ਹੁੰਦੇ ਨੇ, ਇਹਨਾਂ ਹਾਦਸਿਆਂ ਦੇ ਵਿੱਚ ਲੋਕ ਕਿੰਨੇ ਮਰਦੇ ਨੇ ਜੀ। ਇੱਕ ਡਾਟਾ ਤਾਂ ਇਹ ਵੀ ਕਹਿੰਦਾ ਕਿ ਉਹਨੇ ਲੋਕ ਪੰਜਾਬ ਦੇ ਵਿੱਚ ਉਸ ਕਾਲੇ ਦੌਰ ਦੇ ਵਿੱਚ ਨਹੀਂ ਮੁੱਕੇ ਜਿੰਨੇ ਸੜਕ ਹਾਦਸਿਆਂ ਦੇ ਵਿੱਚ ਮੁੱਕ ਰਹੇ ਆ। ਇਸੇ ਕਰਕੇ ਇਹਨੂੰ ਸੜਕੀ ਅੱਤਵਾਦ ਦਾ ਨਾਮ ਦਿੱਤਾ ਗਿਆ ਜੀ। ਸੜਕੀ ਅੱਤਵਾਦ ਖਤਮ ਹੁਣ ਕਿਵੇਂ ਕਰਨਾ? ਸਭ ਤੋਂ ਵੱਡੀ ਗੱਲ ਹੈ ਲੋਕ ਜਾਗਰੂਕ ਹੋਣ ਕਿ ਜਿੱਥੇ ਤੁਹਾਨੂੰ ਲੰਘਣ ਦੇ ਲਈ ਕੋਈ ਰਾਹ ਨਹੀਂ ਹੈਗਾ, ਉਹ ਰੇਲਿੰਗਾਂ ਤੁਹਾਡੇ ਵਾਸਤੇ ਨਹੀਂ ਲਗਾਈਆਂ ਜੀ, ਉਹ ਰੇਲਿੰਗਾਂ ਲਗਾਈਆਂ ਹੋਈਆਂ ਪਸ਼ੂਆਂ ਵਾਸਤੇ ਜੀ, ਕਿ ਪਸ਼ੂ ਨਾ ਇਧਰੋਂ ਉਧਰ ਆ ਜਾਣ। ਕਿਉਂਕਿ ਇਹਨਾਂ ਹਾਦਸਿਆਂ ਦੇ ਵਿੱਚ ਇੱਕ ਕਾਰਨ ਹੁੰਦਾ ਅਦਰਸ। ਤੁਸੀਂ ਇਸ ਵੈਬਸਾਈਟ ਤੇ ਜਾ ਕੇ ਮਿਸਲੇਨੀਅਸ ਜਾਂ ਅਦਰਸ ਦੇ ਵਿੱਚ ਆਉਂਦੇ ਆ ਕਿ
ਕੋਈ ਪਸ਼ੂ ਆ ਗਿਆ, ਕੋਈ ਕੁੱਤਾ ਆ ਗਿਆ, ਕੋਈ ਕਿਸੇ ਤਰ੍ਹਾਂ ਕੋਈ ਅਚਾਨਕ ਐਕਸੀਡੈਂਟ ਹੋ ਗਿਆ, ਕੋਈ ਰਸਤੇ ਵਿੱਚ ਦਰਖਤ ਡਿੱਗਾ ਮਿਲ ਗਿਆ, ਐਕਸੀਡੈਂਟ ਹੋ ਗਿਆ, ਉਹਦੇ ਨਾਲ ਮੌਤਾਂ ਹੋ ਗਈਆਂ। ਹੁਣ ਇਹ ਬੰਦੇ ਲੰਘ ਰਹੇ ਨੇ ਜੀ, ਇਹ ਕੁੜੀਆਂ ਗਲਤ ਤਰੀਕੇ ਦੇ ਨਾਲ ਕ੍ਰਾਸਿੰਗ ਇੱਥੋਂ ਤੱਕ ਕਿ ਸਵੇਰ ਨੂੰ ਇਹ ਹਾਦਸਾ ਹੁੰਦਾ ਹੈ, ਸ਼ਾਮ ਨੂੰ ਫਿਰ ਲੋਕੀ ਉਹਦੇ ਰੇਲਿੰਗ ਟੱਪਦੇ ਨਜ਼ਰ ਆਏ। ਇਹ ਹਾਦਸਾ ਨਾ ਪਹਿਲਾ ਨਾ ਆਖਰੀ, ਲੋਕੀ ਹਟੇ ਨਹੀਂ ਉਹਦੇ ਬਾਵਜੂਦ। ਇਦਾਂ ਦਾ ਹੀ ਇੱਕ ਹਾਦਸਾ ਜਿਹੜਾ ਹੈ ਪਠਾਨਕੋਟ ਰੋਡ ਤੇ ਵੀ ਹੋਇਆ ਜੀ। ਇੱਕ ਬੰਦਾ ਆਪਣੀ ਫੈਮਿਲੀ ਦੇ ਨਾਲ ਜਾ ਰਿਹਾ ਔਰ ਉਹ ਲੱਗਾ ਇੱਕ ਵੱਡੀ ਕਾਰ ਦੇ ਵਿੱਚ, ਔਰ ਉਸ ਵੱਡੀ ਕਾਰ ਦੇ ਵਿੱਚ ਉਹ ਤਾਂ ਕਾਰ ਵੀ ਬੁਰੀ ਤਰ੍ਹਾਂ ਦੇ ਨਾਲ ਉੱਡ ਗਈ ਔਰ ਬੰਦਾ ਵੀ। ਜਦੋਂ ਮੈਂ ਉਹ ਅਖਬਾਰ ਦੇ ਵਿੱਚ ਖਬਰ ਦੇਖੀ, ਫੋਟੋ ਦੇਖੀ, ਤਾਂ ਮੈਨੂੰ ਪਹਿਲੀ ਨਜ਼ਰੇ ਲੱਗਾ ਕਿ ਇਹ ਆਮੋ ਸਾਹਮਣੇ ਟੱਕਰ ਹੋਈ ਹੈ। ਆਮੋ ਸਾਹਮਣੇ ਟੱਕਰ ਹਾਈਵੇ ਦੇ ਉੱਪਰ ਜਿੱਥੇ 4 ਲੇਨ ਚੱਲ ਰਹੀ ਹੈ, ਠੀਕ ਹੈ। ਉੱਥੇ ਕੀ ਸੀਗਾ ਕਿ ਉਹਨਾਂ ਦੇ ਪਿੰਡ ਨੂੰ ਜਾਣ ਨੂੰ ਕੋਈ ਕ੍ਰਾਸਿੰਗ ਨਹੀਂ ਸੀ ਦਿੱਤੀ ਜੀ, ਠੀਕ, ਕ੍ਰਾਸਿੰਗ ਨਹੀਂ ਸੀ ਦਿੱਤੀ। ਉਹ ਗਲਤ ਸਾਈਡ ਤੋਂ ਆ ਰਿਹਾ ਸੀਗਾ, ਗਲਤ ਸਾਈਡ ਤੋਂ ਆਣ ਕੇ ਹੁਣ ਜਿਹੜਾ ਇਧਰੋਂ ਗੱਡੀ ਵਾਲਾ ਜਾ ਰਿਹਾ ਉਹਨੇ ਬੇਧਿਆਨੇ ਨੇ ਜਾਣਾ ਕਿ ਮੈਂ ਤਾਂ ਹਾਈਵੇ ਤੇ ਆ ਭਾਈ, 100 ਦੀ ਸਪੀਡ ਆਮ ਹੈ ਉੱਥੇ ਤਾਂ ਉਹਨੇ ਐਕਸੀਲੇਟਰ ਤੇ ਪੈਰ ਚੱਕਣਾ ਨਹੀਂ। ਜੀ, ਜਿਹੜਾ ਉਧਰੋਂ ਮੋਰਿਓਂ ਆ ਰਿਹਾ ਉਹਨੂੰ ਦਿਸਿਆ ਨਹੀਂ, ਉਹਨੇ ਉਹ ਉਡਾ ਦਿੱਤਾ। ਕਹਿਣ ਦਾ ਮਤਲਬ ਹੁਣ ਇਹਦੇ ਵਿੱਚ ਕਸੂਰ ਕਿਹਦਾ ਕੱਢੀਏ? ਕਿ ਵੱਡੀ ਗੱਡੀ ਵਾਲਾ ਹਮੇਸ਼ਾ ਹੀ ਕਸੂਰਵਾਰ ਹੁੰਦਾ ਕਿ ਵੱਡੀ ਗੱਡੀ ਵਾਲਾ ਇਸ ਕਰਕੇ ਘਰੋਂ ਗੱਡੀ ਕੱਢਦਾ ਹੈ ਕਿ ਉਹਨੇ ਛੋਟਿਆਂ ਨੂੰ ਦਰੜਦਿਆਂ ਨਹੀਂ ਜਾਣਾ। ਸਾਨੂੰ ਇੱਥੇ ਥੋੜਾ ਜਿਹਾ ਸਮਝਣਾ ਪਏਗਾ। ਦੁੱਖ ਤਾਂ ਹੈ ਜਿਹੜੇ ਇਹ ਹਾਦਸੇ ਹੋ ਰਹੇ ਨੇ, ਪਰ ਸਾਨੂੰ ਇਹ ਸਮਝਣਾ ਪਏਗਾ ਕਿ ਕਿਤੇ ਨਾ ਕਿਤੇ ਸਾਡੀਆਂ ਗਲਤੀਆਂ ਜਿਹੜੀਆਂ ਉਹ ਸਾਡੀ ਜਾਨਲੇਵਾ ਹੋ ਰਹੀਆਂ ਨੇ। ਸਾਨੂੰ ਇੱਧਰ ਉੱਧਰੋਂ, ਹੁਣ ਕਿਸੇ ਨੇ ਪੁੱਛਿਆ, ਕਹਿੰਦਾ ਵੀ ਬਾਹਰ ਕਿੱਧਰ ਟ੍ਰੈਫਿਕ ਚੱਲਦਾ? ਕਹਿੰਦਾ ਯਾਰ ਸਾਡੇ ਖੱਬੇ ਪਾਸੇ ਚੱਲਦਾ, ਕੋਈ ਕਹਿੰਦਾ ਸਾਡੇ ਸੱਜੇ ਪਾਸੇ ਚੱਲਦਾ। ਕਿਸੇ ਨੇ ਪੁੱਛ ਲਿਆ ਇੰਡੀਆ ਵਾਲਿਆਂ ਨੂੰ, ਕਹਿੰਦਾ ਯਾਰ ਤੁਹਾਡੇ ਟ੍ਰੈਫਿਕ ਕਿੱਧਰ ਚੱਲਦਾ? ਕਹਿੰਦਾ ਸਾਡੇ ਸੱਜੇ ਖੱਬੇ ਦਾ ਕੋਈ ਨਹੀਂ ਹੈਗਾ, ਅਸੀਂ ਤਾਂ ਮੋਰਲਾ ਦੇਖਦੇ ਕਿੱਧਰੋਂ ਆਉਂਦਾ, ਬਸ ਉਹੀ ਸਾਈਡ ਫਿਰ ਸਾਨੂੰ ਲੈਣੀ ਪੈਂਦੀ ਹੈ। ਜੇਕਰ ਇਸੇ ਤਰ੍ਹਾਂ ਦੇ ਹਾਲਾਤ ਰਹੇ ਤਾਂ ਫਿਰ ਇਹ ਹਾਦਸੇ ਵਧਣਗੇ, ਇਹ ਘਟਣਗੇ ਨਹੀਂ। ਨਾ ਇਹ ਪਹਿਲਾ ਸੀ, ਨਾ ਇਹ ਆਖਰੀ ਹੈ, ਅੱਗੇ ਵੀ ਇੱਦਾਂ ਹੀ ਹੁੰਦੇ ਰਹਿਣੇ, ਕਿਉਂਕਿ ਅਸੀਂ ਲੋਕ ਜਿਹੜੇ ਆ, ਲੋਕ ਵੀ ਸਾਥ ਨਹੀਂ ਦਿੰਦੇ, ਸਰਕਾਰਾਂ ਵੀ ਸੁਚੇਤ ਨਹੀਂ ਹੁੰਦੀਆਂ, ਔਰ ਜਿਹੜੇ ਸਾਡੇ ਡਿਪਾਰਟਮੈਂਟ ਹੈ ਇਹਨਾਂ ਨੂੰ ਰੋਕਣ ਦੇ ਲਈ ਬਣੇ ਹੋਏ ਉਹ ਤੇ ਆਪ ਕੁੰਭ ਕਰ ਹੀ ਨਹੀਂ ਸੁੱਤੇ ਪਏ ਨੇ। ਜੋਗੀ ਜੀ, ਜੇ ਅਸੀਂ ਗੱਲ ਕਰੀਏ ਆਪਣੇ ਆਲੇ ਦੁਆਲੇ, ਤੇ ਸਾਡੇ ਆਲੇ ਦੁਆਲੇ ਬਹੁਤ ਉੱਚੇ ਉੱਚੇ ਕੱਦ ਦੇ ਲੋਕ ਵੀ ਬੈਠੇ ਨੇ। ਬਿਲਕੁਲ ਜੀ, ਹੁਣ ਤੁਸੀਂ ਮੈਨੂੰ ਦੇਖ ਲਓ। ਨਹੀਂ, ਕੱਦ ਜ਼ਰੂਰੀ ਨਹੀਂ ਕਿ ਬੰਦਾ ਫੁੱਟਾਂ ਦੇ ਵਿੱਚ ਹੀ ਹੋਵੇ। ਕਹਿੰਦਾ ਕਿ ਤੂੰ ਮੇਰੇ ਕੱਦ ਨੂੰ ਜੇਕਰ ਫੀਤਾ ਲੈ ਕੇ ਮਿਣਨਾ ਚਾਹੁੰਦਾ ਤੇ ਮਿਣਿਆ ਨਹੀਂ ਜਾਣਾ। ਠੀਕ, ਤੂੰ ਇੰਚਾਂ ਫੁੱਟਾਂ ਦੇ ਵਿੱਚ ਮਿਣਦਾ ਤਾਂ ਇਹ ਇਦਾਂ ਮਿਣਿਆ ਨਹੀਂ ਜਾਣਾ। ਜੇਕਰ ਸੱਚੀ ਮਿਣਨਾ ਤੇ ਆਪਣੀ ਸੋਚ ਦਾ ਮੀਟਰ ਲਾ, ਕੀ ਬਾਤ ਹੈ, ਤੇ ਆਪਣੀਆਂ ਅੱਖਾਂ ਦਾ ਮੀਟਰ ਲਗਾ, ਫਿਰ ਪਤਾ ਲੱਗਣਾ ਕਿ ਕੱਦ ਕਿੰਨੇ ਹੁੰਦੇ ਨੇ। ਔਰ ਜੇਕਰ ਅਸੀਂ ਦੁਨੀਆ ਦੇ ਵਿੱਚ ਦੇਖੀਏ, ਕਈ ਵਾਰ ਦੇ ਲੈਣੇ ਕਿ ਬੰਦਾ ਬਹੁਤ ਲੰਬਾ ਹੈ, ਕਈ ਵਾਰ ਦੇ ਲੈਣੇ ਕਿ ਬੰਦਾ ਬਹੁਤ ਮੱਧ। ਦੁਨੀਆ ਦੇ ਵਿੱਚ ਅਜੂਬੇ ਆ, ਅਜੂਬੇ ਤਰ੍ਹਾਂ ਤਰ੍ਹਾਂ ਦੇ ਹੈਗੇ। ਕੋਈ ਦੁਨੀਆ ਦੇ ਵਿੱਚ ਮੋਟਾ ਬਹੁਤ ਆ ਤੁਹਾਡੇ ਵਾਂਗੂ, ਜਿਹੜੀ ਤੁਸੀਂ ਤਾਂ ਠੀਕ ਆ। ਕਈ ਦੁਨੀਆ ਦੇ ਵਿੱਚ ਪਤਲੇ ਬਹੁਤ ਆ, ਠੀਕ ਹੈ, ਸੁਖਨਾ ਮੇਰੇ ਵਾਂਗੂ। ਕਈ ਦੁਨੀਆ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਬੰਦਾ ਹੈ। ਪਰਮਾਤਮਾ ਨੇ ਚੁਣ ਚੁਣ ਕੇ ਮੋਤੀ ਲਗਾਏ ਹੋਏ ਨੇ ਔਰ ਇਹ ਦੁਨੀਆ ਸਾਜੀ ਹੋਈ ਹੈ। ਜੇ ਗੱਲ ਕਰੀਏ ਸਭ ਤੋਂ ਲੰਬੇ ਆਦਮੀ ਦੀ, ਤਾਂ ਟਰਕੀ ਦੇ ਨੇ ਉਹ, ਔਰ ਉਹਨਾਂ ਦੀ ਹਾਈਟ ਜਿਹੜੀ ਹੈ ਕੋਈ 8 ਫੁੱਟ 3 ਇੰਚ ਦੇ ਕਰੀਬ ਹੈ। ਕੀ ਬਾਤ। ਸੁਲਤਾਨ ਉਹਨਾਂ ਦਾ ਨਾਮ ਹੈ। ਔਰ ਇੰਨੇ ਲੰਬੇ ਕੱਦ ਦੇ ਨਾਲ ਮੈਨੂੰ ਸਮਝ ਨਹੀਂ ਆਉਂਦੀ ਵੀ ਦੁਨੀਆ ਨੂੰ ਕਿਵੇਂ ਵੇਖਦੇ ਹੋਣੇ ਆ। ਯਾਰ ਦੁਨੀਆ ਨੂੰ ਕਿਵੇਂ ਵੇਖਦੇ ਹੋਣੇ ਇਹ ਤਾਂ ਛੱਡੋ, ਪਰ ਸਭ ਤੋਂ ਵੱਡੀ ਗੱਲ ਆ ਕਿ ਉਹ ਆਪਣੇ ਘਰ ਦੇ ਵਿੱਚ ਕਿੱਦਾਂ ਰਹਿੰਦਾ ਹੋਊਗਾ। ਕਿਉਂਕਿ 8 ਫੁੱਟ ਲੰਬਾ ਕੋਈ ਬੈੱਡ ਵੀ ਨਹੀਂ ਹੁੰਦਾ ਨਾ, ਉਹ ਵਿਚਾਰਾ ਸੌਂਦਾ ਕਿੱਦਾਂ ਹੋਊਗਾ? 8 ਫੁੱਟ ਲੰਬੇ ਆਪਾਂ ਦਰਵਾਜ਼ੇ ਵੀ ਨਹੀਂ ਰੱਖਦੇ, ਉਹ ਉੱਥੇ ਕਿੱਦਾਂ ਹੋਊਗਾ? ਕੁਰਸੀ ਦੇ ਉੱਪਰ ਕਿੱਦਾਂ ਬਹਿੰਦਾ ਹੋਊਗਾ? ਠੀਕ ਹੈ, ਉਹਦੀਆਂ ਜੁੱਤੀਆਂ ਜਿਹੜੀਆਂ ਬਣਦੀਆਂ ਹੋਣਗੀਆਂ, ਉਹਦੇ ਦਸਤਾਨੇ ਜਿਹੜੇ ਬਣਦੇ ਹੋਣਗੇ, ਉਹਦੀਆਂ ਪੈਂਟਾਂ ਨੂੰ, ਸ਼ਰਟਾਂ ਨੂੰ ਕਿੰਨਾ ਕੱਪੜਾ ਲੱਗਦਾ ਹੋਊਗਾ? ਕੋਟ ਪੈਂਟ ਉਹਨੇ ਸਮਾਉਣਾ ਹੋਗਾ, ਮੇਰੇ ਵਰਗੇ ਦੇ ਵਿੱਚ ਉਹਦੇ ਪੰਜ ਕੱਢ ਲਓ। ਨਹੀਂ, ਇਹ ਜਿਹੜੀਆਂ ਚੀਜ਼ਾਂ ਨੇ ਔਖਿਆਈਆਂ ਵੀ ਬਹੁਤ ਆਉਂਦੀਆਂ। ਇਸ ਤਰ੍ਹਾਂ ਦੇ ਲੋਕਾਂ ਨੂੰ, ਚਾਹੇ ਉਹ ਬਹੁਤ ਛੋਟੇ ਹੋਣ ਤਾਂ ਵੀ ਲੋਕ ਦੇਖਦੇ ਉਹਨਾਂ ਵੱਲ ਨੂੰ, ਉਹਨਾਂ ਦੇ ਉੱਪਰ ਮੁੜ ਮੁੜ ਕੇ ਦੇਖਦੇ। ਕਈ ਵਾਰ ਉਹਨਾਂ ਨੂੰ ਚੰਗਾ ਵੀ ਨਹੀਂ ਲੱਗਦਾ ਤੇ ਕਈ ਵਾਰ ਉਹਨਾਂ ਤੇ ਹੱਸਦੇ ਵੀ ਨੇ, ਕਟਾਕਸ਼ ਵੀ ਕੀਤੇ ਜਾਂਦੇ ਨੇ। ਪਰ ਇਹ ਗੱਲ ਕਟਾਕਸ਼ ਕਰਨ ਵਾਲੀ ਨਹੀਂ। ਕਹਿੰਦੇ ਨੇ ਕਿ ਜੇਕਰ ਤੁਹਾਨੂੰ ਪ੍ਰਮਾਤਮਾ ਨੇ ਬਿਲਕੁਲ ਛੋਟਾ ਬਣਾ ਦਿੱਤਾ ਤਾਂ ਵੀ ਇਹ ਉਹਦੀ ਇੱਕ ਬਹੁਤ ਵੱਡੀ ਇੱਕ ਨਿਮਤ ਆ। ਠੀਕ ਹੈ, ਉਸ ਨੂੰ ਇਹ ਸਮਝੋ ਕਿ ਪ੍ਰਮਾਤਮਾ ਨੇ ਇਸ ਨੂੰ ਸਾਡੇ ਤੋਂ ਵੱਖਰਾ ਬਣਾਇਆ ਕਿ ਇਹ ਚੀਜ਼ ਕੈਸੀ ਹੈ, ਇਹਦੇ ਵਿੱਚ ਵੀ ਕੋਈ ਨਾ ਕੋਈ ਕਲਾ ਜ਼ਰੂਰ ਹੋਵੇਗੀ। ਔਰ ਜੇਕਰ ਵੱਡਾ ਬਣਾਇਆ ਤਾਂ ਫਿਰ ਵੱਡੇ ਬੰਦੇ ਦੀਆਂ ਤਾਂ ਫਿਰ ਵੱਡੀਆਂ ਗੱਲਾਂ ਹੁੰਦੀਆਂ। ਨਾਲ ਸਭ ਤੋਂ ਵੱਡੀ ਗੱਲ ਹੈ ਘਰਦਿਆਂ ਨੂੰ ਮੌਸਮ ਦੀ ਜਾਣਕਾਰੀ ਸਿੱਧੀ। ਸਭ ਤੋਂ ਪਹਿਲਾਂ ਉਹਦੇ ਤੇ ਧੁੱਪ ਪੈਣੀ, ਦੇਖੋ ਮੀਂਹ ਵੀ ਸਭ ਤੋਂ ਪਹਿਲਾਂ ਉੱਤੇ ਮੀਂਹ ਪੈਣਾ। ਠੀਕ ਹੈ, ਨਾਲੇ ਉਹ ਜੇ ਕਿਸੇ ਸੇਬ ਦੇ ਰੁੱਖ ਤੇ ਥੱਲੇ ਬੈਠਾ ਹੋਊਗਾ, ਉਹਦੇ ਉੱਪਰ ਸੇਬ ਡਿੱਗਣਾ ਹੀ ਨਹੀਂ, ਕਿਉਂਕਿ ਉਹਨੇ ਆਪੇ ਰੁੱਖ ਤੋਂ ਉੱਪਰ ਹੋ ਜਾਣਾ। ਦੇਖੋ ਇਹ ਆ ਵੀ ਚੀਜ਼ਾਂ, ਜਿੱਥੇ ਸੁੱਖ ਨੇ ਉੱਥੇ ਦੁੱਖ ਵੀ ਨੇ, ਇਦਾਂ ਹੀ ਜ਼ਿੰਦਗੀ, ਫਾਇਦੇ ਨੇ ਨੁਕਸਾਨ ਵੀ। ਬਿਲਕੁਲ ਜੀ, ਪ੍ਰਮਾਤਮਾ ਨੇ ਜ਼ਿੰਦਗੀ ਸਾਜੀ ਹੋਈ ਹੈ ਔਰ ਇਸ ਜ਼ਿੰਦਗੀ ਦੇ ਵਿੱਚ ਚੰਗੇ ਵੀ ਲੋਕ ਬਹੁਤ ਨੇ, ਮੰਦੇ ਵੀ ਲੋਕ ਬਹੁਤ ਨੇ, ਉੱਚੇ ਵੀ ਲੋਕ ਬਹੁਤ ਨੇ, ਨੀਵੇਂ ਵੀ ਲੋਕ ਬਹੁਤ ਨੇ। ਪਰ ਗੱਲ ਇਹ ਹੈ
ਕਿ ਨੀਵੇਂ ਜਿਹੜੇ ਹੁੰਦੇ ਨੇ ਉਹ ਉਦੋਂ ਹੀ ਹੁੰਦੇ ਨੇ ਜਦੋਂ ਉਹਨਾਂ ਨੂੰ ਫਲ ਲੱਗ ਜਾਂਦੇ ਨੇ, ਔਰ ਫਲ ਹਮੇਸ਼ਾ ਨੀਵਿਆਂ ਨੂੰ ਲੱਗਦੇ ਨੇ। ਕਹਿੰਦੇ ਨੇ ਕਿ ਸਿੰਬਲਾ ਤੂੰ ਮਾਣ ਨਾ ਕਰੀ, ਫਲ ਨੀਵਿਆਂ ਰੁੱਖਾਂ ਨੂੰ ਲੱਗਦੇ। ਔਰ ਨੀਵੇਂ ਹੋ ਕੇ ਦੁਨੀਆ ਦੇ ਵਿੱਚ ਚੱਲਣ ਵਾਲਾ ਬੰਦਾ ਹਮੇਸ਼ਾ ਉੱਚਾ ਰਹਿੰਦਾ, ਉਹਦਾ ਕੱਦ ਜਿਹੜਾ ਹਮੇਸ਼ਾ ਉੱਚਾ ਹੀ ਰਹਿੰਦਾ। ਹੁਣ ਮੇਰੇ ਹੱਥ ਦੇ ਵਿੱਚ ਨੇ ਜੋਗੀ ਜੀ ਚਿੱਠੀਆਂ ਜੀ, ਮੈਂ ਦੇਖ ਰਿਹਾ। ਔਰ ਇਹ ਚਿੱਠੀਆਂ ਜਿਹੜੀਆਂ ਨੇ ਸਾਨੂੰ ਸਾਡੇ ਕਈ ਦੋਸਤ ਜਿਹੜੇ ਨੇ ਚਿੱਠੀਆਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਵਾਕਿਆ ਵੀ ਲਿਖਦੇ ਆ, ਸਵਾਲ ਵੀ ਲਿਖਦੇ ਜੀ ਜੀ ਜੀ। ਇਹ ਚਿੱਠੀ ਸਾਨੂੰ ਭੇਜੀ ਹੈ ਜੀ ਸੋਨਮ ਨੇ, ਔਰ ਸੋਨਮ ਕਹਿੰਦੇ ਨੇ ਕਿ ਕਿਸੇ ਕੰਪਨੀ ਦੇ ਉੱਪਰ ਜੇ ਕਿਸੇ ਨੇ ਮੁਕੱਦਮਾ ਕਰਨਾ ਹੋਵੇ, ਜਿੱਦਾਂ ਮੰਨ ਲਓ ਬੌਸ ਬੜਾ ਤੰਗ ਕਰਦਾ ਹੋਵੇ, ਤੇ ਕੀ ਕੀਤਾ ਜਾਵੇ? ਦੇਖੋ ਗੱਲ ਹੈ, ਮਾੜੇ ਬੌਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਨੇ, ਮਾੜੇ ਬੌਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਨੇ। ਵੈਸੇ ਦੇਖੋ ਗੱਲ ਇਹ ਹੈ ਕਿ ਕਈ ਵਾਰ ਕੰਮ ਵਾਲੀ ਥਾਂ ਤੇ ਬਹੁਤ ਗੱਲਾਂ ਬਾਤਾਂ ਹੋ ਜਾਂਦੀਆਂ, ਲੋਕੀ ਤੰਗ ਹੁੰਦੇ ਨੇ, ਪਰੇਸ਼ਾਨ ਹੁੰਦੇ ਨੇ। ਪਰ ਇੱਕ ਗੱਲ ਹੈ ਵੀ ਆਸਟ੍ਰੇਲੀਆ ਦਾ ਇੱਥੇ ਇੱਕ ਚੇਤਾ ਆ ਰਿਹਾ ਕਿ ਉੱਥੇ ਇੱਕ ਮਜ਼ਦੂਰ ਸੀ ਬੰਦਾ ਜੀ, ਉਹਦੇ ਸਿਰ ਦੇ ਉੱਪਰ ਕੇਲੇ ਡਿੱਗ ਪਏ 70 ਕਿਲੋ 70 ਕਿਲੋ ਜੀ ਜੀ। ਉਹਨੇ ਆਪਣੇ ਬੌਸ ਤੇ ਕੇਸ ਕਰ ਦਿੱਤਾ ਔਰ ਉਹਨੂੰ 4 ਕਰੋੜ ਰੁਪਏ, ਜੇਕਰ ਇੰਡੀਅਨ ਰੁਪੀਸ ਦੀ ਗੱਲ ਕਰੀਏ ਤਾਂ 4 ਕਰੋੜ ਮਿਲੇ। ਮੈਂ ਵੀ ਕਈ ਵਾਰ ਸੋਚਦਾ ਹੁੰਦਾ ਕਿ ਮੇਰੇ ਸਿਰ ਤੇ ਵੀ ਆ ਜਿਹੜੀ ਲਾਈਟ ਜਗਦੀ ਆ ਕਿਤੇ ਡਿੱਗੇ, ਚਲੋ 4 ਨਹੀਂ, ਸ਼ੁਭ ਸ਼ੁਭ ਬੋਲੋ ਯਾਰ 4 ਨਹੀਂ, ਕੁਝ ਤਾਂ ਮਿਲੂਗਾ ਹੀ। ਗੱਲ ਇੱਥੇ ਇਹ ਆ, ਹੁਣ ਦੇਖੋ ਮੈਂ ਤੇ ਗੱਲ ਕਰ ਰਿਹਾ ਲਾਲਚ ਦੀ, ਠੀਕ ਹੈ, ਉਧਰ ਕੀ ਹੋਇਆ ਕੀ ਨਹੀਂ ਹੋਇਆ ਬਾਅਦ ਦੀਆਂ ਗੱਲਾਂ। ਗੱਲ ਹੈ ਕਿ ਜ਼ਿੰਦਗੀ ਦੇ ਵਿੱਚ ਤੁਸੀਂ ਬੌਸ ਨੂੰ ਛੱਡਣਾ ਜਾਂ ਬੌਸ ਨੇ ਤੁਹਾਨੂੰ ਛੱਡਣਾ, ਯਾਰ ਸਬੰਧ ਹੀ ਇਦਾਂ ਦੇ ਮਿੱਠੇ ਜਿਹੇ ਹੋਣੇ ਚਾਹੀਦੇ ਆ ਕਿ ਉਹ ਬੰਦਾ ਛੱਡਣ ਤੇ ਵੀ ਉਹਨੂੰ ਲੱਗੇ ਕਿ ਯਾਰ ਮੇਰਾ ਕੁਝ ਟੁੱਟ ਗਿਆ। ਤੇ ਜਦੋਂ ਤੁਸੀਂ ਕਿਸੇ ਅਦਾਰੇ ਦੇ ਨਾਲੋਂ ਟੁੱਟੋ, ਤੁਹਾਨੂੰ ਵੀ ਇੰਜ ਲੱਗੇ ਕਿ ਮੇਰਾ ਇੱਕ ਘਰ ਨਿਖੜ ਗਿਆ, ਮੈਂ ਕਿੱਥੇ ਰਹਿੰਦਾ ਸੀ, ਹੁਣ ਮੈਂ ਕਿੱਥੇ ਆ ਗਿਆ। ਇਹ ਪਿਆਰ ਬਣਾਉਣਾ ਚਾਹੀਦਾ। ਕਹਿੰਦੇ ਨੇ ਕਿ ਸੱਜਣ ਛੱਡੀਏ ਰੰਗ ਸਿਓ, ਬਹੁਤ ਪੀ ਆਵੇ ਕੰਮ। ਜੀ ਬਿਲਕੁਲ ਜੀ। ਅਗਲੀ ਚਿੱਠੀ ਸਾਨੂੰ ਭੇਜੀ ਹੈ ਜੀ ਬੀਨੂ ਨੇ। ਬੀਨੂ ਕਹਿੰਦੇ ਨੇ ਕਿ ਤੁਹਾਡਾ ਫੇਵਰਿਟ ਰੰਗ ਕਿਹੜਾ ਹੈ? ਜੋਗੀ ਜੀ ਤੁਹਾਨੂੰ ਪੁੱਛਿਆ ਗਿਆ। ਮੈਨੂੰ ਦੇਖੋ ਮੇਰਾ ਫੇਵਰਿਟ ਰੰਗ ਹੈਗਾ, ਜਿੱਦਾਂ ਜੇਕਰ ਗੱਲ ਕੀਤੀ ਜਾਵੇ ਉੱਡਿਆ ਹੋਇਆ। ਉੱਡਿਆ ਹੋਇਆ ਜਿੱਦਾਂ ਕਿਸੇ ਦਾ ਰੰਗ ਉੱਡਿਆ ਹੋਇਆ ਦੇਖ ਲਵਾਂ ਮੈਂ, ਜਦੋਂ ਚੋਰ ਫੜ ਲੈਂਦਾ ਕੋਈ ਬੰਦਾ ਜਾਂ ਕਿਸੇ ਦੀ ਚੋਰੀ ਫੜੀ ਜਾਂਦੀ ਹੈ, ਤੇ ਕਈ ਵਾਰ ਤੁਹਾਡੇ ਵੀ ਚਿਹਰੇ ਤੇ ਹਵਾਈਆਂ ਉੱਡੀਆਂ ਹੁੰਦੀਆਂ ਵੀ ਜਦੋਂ ਕੋਈ ਤਿਆਰੀ ਨਹੀਂ ਕੀਤੀ ਹੁੰਦੀ ਪ੍ਰੋਗਰਾਮ ਦੀ, ਤਾਂ ਉਸ ਵੇਲੇ ਮੈਨੂੰ ਚਿਹਰਿਆਂ ਦੇ ਰੰਗ ਜਿਹੜੇ ਆ ਬਹੁਤ ਉੱਡੇ ਹੋਏ ਜਿਹੜੇ ਆ ਮੈਨੂੰ ਬਹੁਤ ਪਸੰਦ ਆਉਂਦੇ ਆ। ਲੋਕਾਂ ਨੂੰ ਕਾਲਾ, ਨੀਲਾ, ਪੀਲਾ, ਹਰਾ ਕੋਈ ਰੰਗ ਤੇ ਕਹਿ ਦੋ ਉੱਡੇ ਹੋਏ ਰੰਗ। ਦੇਖੋ ਗੱਲ ਹੈ ਰੰਗਾਂ ਦੀ, ਇਹ ਤੁਸੀਂ ਮਤ ਸੋਚੋ ਕਿ ਆ ਜਿਹੜੇ ਤੁਸੀਂ ਰੰਗ ਗਣਾਤੇ 4 ਇੰਨੇ ਕੀ ਹੁੰਦੇ, ਨਾ ਨਾ ਨਾ। ਜਿਹੜੇ ਲੋਕ ਕਹਿੰਦੇ ਨੇ ਕਿ ਆ ਰੰਗ 3-4 ਹੀ ਹੁੰਦੇ ਆ ਵੀ ਹਰਾ, ਲਾਲ, ਨੀਲਾ, ਪੀਲਾ, ਗਲਤ ਨੇ, ਬਿਲਕੁਲ ਗਲਤ ਨੇ। ਕਿਸੇ ਦਿਨ ਉਹ ਆਪਣੀ ਘਰਵਾਲੀ ਦੇ ਨਾਲ ਲਿਪਸਟਿਕ ਜਾਂ ਨੌ ਪਾਲਿਸ਼ ਲੈਣ ਚੱਲ ਜਾਣ, ਫਿਰ ਪਤਾ ਲੱਗੂਗਾ ਕਿ ਰੰਗ ਕਿੰਨੇ ਹੁੰਦੇ ਆ। ਬਿਲਕੁਲ ਜੀ। ਅਗਲੀ ਚਿੱਠੀ ਸਾਨੂੰ ਭੇਜੀ ਹੈ ਜੀ ਨਛੱਤਰ ਨੇ। ਨਛੱਤਰ ਕਹਿੰਦੇ ਨੇ ਕਿ ਜਨਾਨੀਆਂ ਬਹੁਤ ਜ਼ਿਆਦਾ ਵਹਿਮ ਭਰਮ 'ਚ ਪੈਂਦੀਆਂ ਨੇ ਬੰਦਿਆਂ ਦੇ ਮੁਕਾਬਲੇ, ਇੱਦਾਂ ਕਿਉਂ? ਜਨਾਨੀਆਂ ਬਹੁਤ ਜ਼ਿਆਦਾ ਵਹਿਮ ਭਰਮ ਦੇ ਵਿੱਚ ਪੈਂਦੀਆਂ ਨੇ। ਦੇਖੋ ਗੱਲ ਇਹ ਆ ਕਿ ਵਹਿਮ ਭਰਮ ਜਿਹੜੇ ਆ ਉਹ ਪਾਉਂਦੀਆਂ ਹੀ ਉਹ ਨੇ। ਅੱਛਾ, ਹਾਂ। ਅੱਜ ਵੀਰਵਾਰ, ਅੱਜ ਮੰਗਲਵਾਰ, ਮਤਲਬ ਤੁਹਾਡੇ ਜੇ ਸ਼ਨੀਵਾਰ ਨਜ਼ਰ ਲੱਗ ਗਈ, ਲੂਣ ਮਿਰਚ ਬਾਹਰ ਦਿੱਤਾ ਤੇ ਹੈ ਜੰਮਦਿਆਂ ਨਿਆਣਿਆਂ ਤੋਂ ਅਗਲੀਆਂ ਵਾਰਨੇ ਸ਼ੁਰੂ ਹੋ ਜਾਂਦੀਆਂ। ਦੇਖੋ ਜੰਮਦੇ ਨਿਆਣਿਆਂ ਦੇ ਉੱਪਰ ਹੀ ਉਹ ਐਕਸਪੈਰੀਮੈਂਟ ਸ਼ੁਰੂ ਕਰ ਦਿੰਦੇ ਨੇ। ਮੰਜੇ ਦੇ ਨਾਲ ਫਲਾਨਾ ਇੱਕ ਜਿੰਦਾ ਬੰਨ੍ਹ ਦਿਓ, ਇੱਕ ਚਾਕੂ ਰੱਖ ਦਿਓ, ਮਾਚਿਸਾਂ ਦੀ ਡੱਬੀ ਰੱਖ ਦਿਓ, ਇਹਦੇ ਸਿਰਹਾਣੇ ਆ ਰੱਖ ਦਿਓ, ਸੇਤੀ ਸਰੋਂ ਰੱਖ ਦਿਓ। ਹਾਂ, ਇਹ ਜਿਹੜੀਆਂ ਚੀਜ਼ਾਂ ਨੇ। ਦੇਖੋ ਜਿਹੜੇ ਗੋਰਿਆਂ ਦੇ ਨਿਆਣੇ ਜੰਮਦੇ ਆ ਯਾਰ, ਉਹ ਤਾਂ ਇਹਨਾਂ ਨੂੰ ਤਾਂ ਪਤਾ ਨਹੀਂ ਹੋਣਾ ਵੀ ਯਾਰ ਜਿੰਦਾ ਵੀ ਬੰਨਣਾ, ਉਹਨਾਂ ਨੂੰ ਤਾਂ ਪਤਾ ਨਹੀਂ ਵੀ ਯਾਰ ਸੇਤੀ ਸਰੋਂ ਵੀ ਰੱਖਣੀ ਹੈ, ਠੀਕ ਹੈ। ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਡੇ ਆਪਣੇ ਦੇਸੀ ਜਿਹੜੇ ਐਂਟੀਵਾਇਰਸ ਆ, ਤੇ ਇਹ ਬੀਬੀਆਂ ਦੀਆਂ ਕਾਢਾਂ ਕੱਢੀਆਂ ਹੋਈਆਂ ਤੇ ਇਹਨਾਂ ਨੇ ਤਾਂ ਤੁਹਾਨੂੰ ਪਤਾ ਕਿ ਬਹੁਤ ਸਾਰੀਆਂ ਕਿੱਕਰਾਂ ਸੁਕਾਤੀਆਂ, ਚੁੰਨੀਆਂ ਬੰਨ ਕੇ ਨਾਲ ਧਾਗੇ ਬੰਨ ਕੇ। ਸੋ ਇਹ ਕਾਢਾਂ ਜਿਹੜੀਆਂ ਦੇਸੀ ਐਂਟੀਵਾਇਰਸ ਦੀਆਂ, ਇਹ ਸਾਡੀਆਂ ਬੀਬੀਆਂ ਦੀਆਂ ਕੱਢੀਆਂ ਹੋਈਆਂ। ਬੀਬੀਆਂ ਸਾਡੀਆਂ ਬਹੁਤ ਅੱਗੇ ਵੱਧ ਚੁੱਕੀਆਂ। ਬਿਲਕੁਲ ਜੀ। ਜੇ ਮੈਂ ਗੁਆਂਢੀ ਮੁਲਕ ਦੀ ਗੱਲ ਕਰਾਂ ਤੇ ਉੱਥੇ ਵੀ ਪਿੰਕੀ ਪੀਰਨੀ ਦੀ ਬੜੀ ਚਰਚਾ ਜ਼ੋਰਾਂ ਤੇ ਹੈ। ਓਹੋ, ਕੀ ਬਾਤ ਹੈ। ਇਮਰਾਨ ਖਾਨ ਜਿਹੜੇ ਵਜ਼ੀਰੇ ਆਜ਼ਮ ਨੇ, ਉਹਨਾਂ ਦੀ ਪਤਨੀ ਜਿਹੜੀ ਹੈ ਬੁਸ਼ਰਾ, ਉਹ ਵੀ ਬਹੁਤ ਜ਼ਿਆਦਾ ਵਹਿਮ ਭਰਮ ਦੇ ਵਿੱਚ ਵਿਸ਼ਵਾਸ ਕਰਦੇ ਨੇ। ਅੱਛਾ। ਔਰ ਕਹਿੰਦੇ ਨੇ ਕਿ ਖੌਫ ਖਾਂਦੀ ਹੈ ਉਹਨਾਂ ਕੋਲੋਂ ਜਿਹੜੀ ਉੱਥੋਂ ਦੀ ਆਰਮੀ ਹੈ ਉਹ ਵੀ। ਔਰ ਇੰਨੇ ਜ਼ਿਆਦਾ ਵਹਿਮ ਭਰਮ ਕਰਦੇ ਨੇ, ਜਦੋਂ ਉੱਥੋਂ ਦੇ ਵਿਦੇਸ਼ ਮੰਤਰੀ ਨੂੰ ਪੁੱਛਿਆ ਗਿਆ, ਕਹਿੰਦੇ ਸਾਡੇ ਤੇ ਆਮ ਗੱਲ ਹੈ
ਸਾਡੇ ਤਾਂ ਜਦ ਤੱਕ ਤਵੀਜ਼ ਬੰਨੀ ਹੈ ਨਾ, ਸਾਨੂੰ ਤਾਂ ਲੱਗਦਾ ਹੀ ਨਹੀਂ ਵੀ ਅਸੀਂ ਕੁਝ ਕਰ ਰਹੇ ਹਾਂ। ਹਾਂ, ਸੋ ਉੱਥੇ ਇਹ ਸਿਰਫ ਇੰਡੀਆ ਦੇ ਵਿੱਚ ਨਹੀਂ, ਉੱਥੇ ਕਿਉਂ ਇੰਡੀਆ ਦੇ ਵਿੱਚ ਹੀ, ਔਰ ਇੱਥੋਂ ਤੱਕ ਕਿ ਮੈਂ ਤੇ ਹਾਂਗਕਾਂਗ ਦੇ ਵਿੱਚ ਵੀ ਦੇਖਿਆ ਇੱਕ ਪੁਲ ਦੇ ਹੇਠਾਂ ਗੋਰਿਆਂ ਨੂੰ ਜੁੱਤੀਆਂ ਖਾਂਦੇ ਜੀ ਬਿਲਕੁਲ, ਠੀਕ ਹੈ ਨਾ, ਉੱਥੇ ਵੀ ਧੂਫਾਂ ਧਖਾਈਆਂ ਹੋਈਆਂ, ਬੁਰੇ ਹਾਲ, ਬਾਂਕੇ ਦਿਹਾੜੇ ਹਰ ਇੱਕ ਥਾਂ ਤੇ। ਆ ਕੈਨੇਡਾ, ਅਮਰੀਕਾ, ਇੰਗਲੈਂਡ, ਇਹਨਾਂ ਦੀਆਂ ਵੀ ਅਖਬਾਰਾਂ ਦੇ ਵਿੱਚ ਉਹ ਪਤਾ ਨਹੀਂ ਕਿਹੜੇ ਮੀਆਂ ਤੂਫਾਨੀ ਤੇ ਮੀਆਂ ਫਲਾਨੀ, ਤੇ ਇਹ ਸਾਰੇ ਆਉਂਦੇ ਨੇ, ਤੇ ਤੇਰੇ ਵਰਗੀਆਂ ਵੀ ਬਹੁਤ ਬੀਬੀਆਂ ਬਣੀਆਂ ਬੈਠੀਆਂ। ਤੇ ਜੇਕਰ ਕਿਤੇ ਉਹ ਜਿਹੜੀ ਤੁਸੀਂ ਬੀਬੀ ਦੀ ਗੱਲ ਕਰਦੇ ਹੋ, ਕਿਤੇ ਸਾਡੇ ਕਿਤੇ ਇੰਡੀਆ ਦੇ ਵਿੱਚ ਆਵੇ, ਇੱਥੇ ਆ ਕੇ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇਵੇ, ਮੈਂ ਕਿਹਾ ਜੀ ਲੋਕ ਤੈਨੂੰ ਟੋਕਰਾਂ ਤੇ ਮਿਲਣਗੇ। ਸਾਡੇ ਤੇ ਅਖਬਾਰਾਂ ਦੇ ਵਿੱਚ ਵੀ ਆਉਂਦੇ ਇਦਾਂ ਦੇ ਇਸ਼ਤਿਹਾਰ। ਸਭ ਤੋਂ ਵੱਡੀ ਗੱਲ ਹੈ ਕਿ ਜਿਸ ਦੇਸ਼ ਦੇ ਵਿੱਚ ਮਿਜ਼ਾਈਲ ਮੈਨ ਵਰਗੇ ਬੰਦੇ ਪੈਦਾ ਹੋਏ ਹੋਣ, ਉੱਥੇ ਲੋਕ ਹਾਲੇ ਵੀ ਰਾਫੇਲ ਵਰਗੇ ਜਹਾਜ਼ਾਂ ਨੂੰ ਨਿੰਬੂ ਮਿਰਚਾਂ ਬੰਨ੍ਹਦੇ ਹੋਣ, ਤਾਂ ਫਿਰ ਅਸੀਂ ਉੱਥੇ ਕਦ ਆਸ ਕਰਾਂਗੇ ਕਿ ਤੁਸੀਂ ਜਾਂ ਮੈਂ ਵੀ ਅਸੀਂ ਕਿਤੇ ਝੂਟੇ ਲੈਣ ਚੱਲ ਜਾਵਾਂਗੇ ਚੰਨ ਤੇ, ਅਸੀਂ ਪਹੁੰਚਾਂਗੇ ਉੱਥੇ ਜਾ ਕੇ ਅਸੀਂ ਖੇਡਾਂਗੇ ਕ੍ਰਿਕਟ, ਗੁੱਲੀ ਡੰਡਾ, ਪਿੱਠੂ ਗਰਮ ਤੇ ਤੂੰ ਸਟਾਪੂ। ਬਿਲਕੁਲ ਜੀ। ਖੈਰ ਸਾਡੀਆਂ ਗੱਲਾਂ ਕਦੇ ਵੀ ਨਹੀਂ ਮੁੱਕਣੀਆਂ, ਪਰ ਫਿਲਹਾਲ ਸਮਾਂ ਇਜਾਜ਼ਤ ਨਹੀਂ ਦਿੰਦਾ, ਤੇ ਹੁਣ ਦੇ ਦਿਓ ਇਜਾਜ਼ਤ ਮੈਨੂੰ ਰਮਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ, ਤੇ ਇਸੇ ਤਰ੍ਹਾਂ ਤੁਸੀਂ ਦੇਖਦੇ ਰਹਿਣਾ ਜੀ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।